ਕਲਾਕਾਰ ਬਹੁਤ ਸਾਰੇ ਪੰਜਾਬੀ ਗਾਇਕੀ ਦੇ ਵਿੱਚੋਂ ਰਾਜਨੀਤੀ ਦੇ ਵਿੱਚ ਕਾਮਯਾਬ ਹੋਣ ਦੀ ਇੱਛਾ ਪਾਲ ਕੇ ਗਏ। ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਉਨੀ ਸਫਲਤਾ ਨਹੀਂ ਮਿਲੀ। ਮੌਕਾ ਲੋਕਾਂ ਨੇ ਮੈਨੂੰ ਦਵਾਇਆ ਕਿ ਮੈਂ ਉਹਨਾਂ ਲਈ ਉਹਨਾਂ ਦੀ ਜ਼ਿੰਦਗੀ ਦਾ ਕੁਝ ਅੱਛਾ ਕਰ ਸਕਾਂ, ਤਾਂ ਮੈਂ ਕਿਉਂ ਨਾ ਕਰਾਂ। ਹਰ ਕੋਈ ਕਹਿੰਦਾ ਸੀਗਾ ਵੀ ਕਿੱਥੇ ਅਸੀਂ ਜਿੱਤਣਾ ਹੈ। ਮੈਂ ਆਪਣੇ ਆਪ ਨੂੰ ਅੱਜ ਕਾਮਯਾਬ ਸਮਝਦੀ ਹਾਂ। ਇੰਨਾ ਕੰਮ ਮੇਰੇ ਲੋਕ ਮੈਨੂੰ ਦੱਸਦੇ ਆ ਕਿ ਇੰਨਾ ਤਾਂ ਕਦੀ ਕੰਮ ਹੀ ਨਹੀਂ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿ ਜੋ ਮੌਕਾ ਮਿਲਿਆ ਪੰਜਾਬ ਦੇ ਵਿੱਚ ਉਸ ਮੌਕੇ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਗਈ ਤੇ ਕਾਂਗਰਸ ਪਾਰਟੀ ਨੇ ਤਲੀ ਤੇ ਸਰੋਂ ਜਮਾ ਕੇ ਨਹੀਂ ਦਿਖਾਈ? ਬਹੁਤ ਜ਼ਿਆਦਾ ਕੰਮ ਹੋ ਰਹੇ, ਗੱਲ ਸਿਰਫ ਕੰਮ ਦਿਖਾਏ ਨਹੀਂ ਜਾ ਰਹੇ। ਹਰ ਇੱਕ ਪਿੰਡ 'ਚ 50-60 ਲੱਖ ਰੁਪਏ ਅੱਜ ਸਰਪੰਚਾਂ ਦੇ ਖਾਤਿਆਂ 'ਚ ਪਿਆ। ਪਿੱਛੋਂ ਪੁਰਾਣੀ ਗਵਰਨਮੈਂਟ ਅਕਾਲੀਆਂ ਦੇ ਇਹਨਾਂ ਦੀਆਂ ਤਾਂ ਕਾਪੀਆਂ ਸਰਪੰਚਾਂ ਦੀਆਂ ਲੀਡਰਾਂ ਦੇ ਘਰੇ ਪਈਆਂ ਹੁੰਦੀਆਂ ਸੀ। ਜਦੋਂ ਕਾਂਗਰਸ ਆਈ ਹੈ ਹਰਮਨ, ਉਜੜਿਆ ਪੰਜਾਬ ਸਾਨੂੰ ਮਿਲਿਆ। ਪੰਜਾਬ ਦਾ ਫਾਈਨਾਂਸ ਬਹੁਤ ਜ਼ਿਆਦਾ ਖਤਰੇ 'ਚ ਹੈ। ਉੱਪਰੋਂ ਸਾਡੇ ਕਰਜ਼ਾ ਹੈ, ਸਾਡੇ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈ। ਪਰ ਪੰਜਾਬ ਦੇ ਲੋਕ ਤਾਂ ਹਰ ਚੀਜ਼ ਮਹਿੰਗੀ ਖਰੀਦ ਰਹੇ ਆ। ਹੁਣ ਤੱਕ 12-13 ਵਾਰ ਬਿਜਲੀ ਦਾ ਭਾਅ ਵਧ ਗਿਆ ਤੇ ਫਿਰ ਹੱਲ ਕੀ ਆ? ਹਰ ਸਾਡਾ ਕੋਈ ਵੀ ਡਿਪਾਰਟਮੈਂਟ ਹੈ, ਸੈਂਟਰ ਨੇ ਉਹਨੂੰ ਕੰਟਰੋਲ ਕਰਨਾ ਚਾਹਿਆ। ਉਹਦੇ 'ਚ ਗਲਤੀ ਮੈਂ ਅਕਾਲੀ ਸਰਕਾਰ ਦੀ ਮੰਨਦੀ ਹਾਂ। ਪਾਰਟੀ ਨੂੰ ਪਰੇ ਕਰਕੇ, ਟਿਕਟ ਮਿਲਣੀ ਨੂੰ ਪਰੇ ਛੱਡ ਕੇ ਵੈਸੇ ਪੰਜਾਬ ਤੁਹਾਨੂੰ ਕਿੱਥੇ ਜਿਖੜਾ ਲੱਗਦਾ? ਆਖੇ ਜੀ ਗਲੀਆਂ ਨਹੀਂ ਬਣਾ ਦਿਆਂਗੇ, ਨਾਲੀਆਂ ਦਾ ਮਸਲਾ ਹੱਲ ਕਰ ਦਿਆਂਗੇ, ਲਾਈਟਾਂ ਲਾ ਦਿਆਂਗੇ, ਕੀ ਇਹੀ ਵਿਕਾਸ ਰਹਿ ਗਿਆ? ਅਗਲਾ ਕਹਿੰਦਾ ਜੇ ਬਿੱਟੀ ਇਲੈਕਸ਼ਨ ਲੜ ਰਹੀ ਹੈ ਜਾਂ ਜਿਹੜਾ ਵੀ ਕੈਂਡੀਡੇਟ ਹੈ, ਇਹ ਤਾਂ ਇਹਦੀ ਲੜਾਈ ਹੈ, ਮੈਂ ਕੀ ਲੈਣਾ ਇਹਦੀ ਲੜਾਈ ਤੋਂ। ਮੈਨੂੰ ਸਤਿ ਸ਼੍ਰੀ ਅਕਾਲ ਬੁਲਾਊਗੀ ਤਾਂ ਮੈਂ ਦੇਖੂੰਗਾ। ਅੱਛਾ, ਪਰ ਕਾਂਗਰਸ ਦੇ ਨਾਲ ਤਾਂ ਇਹ ਵੀ ਗੱਲ ਜੁੜ ਗਈ ਨਾ ਕਿ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੰਦੇ ਨੇ ਬਿਨਾਂ ਡਿਗਰੀਆਂ ਚੈੱਕ ਕੀਤੇ, ਪਰ ਡਿਗਰੀਆਂ ਵਾਲੇ ਅੱਜ ਟੈਂਕੀਆਂ ਦੇ ਉੱਪਰ ਬੈਠੇ ਨੇ। ਵੀ ਜਦੋਂ ਤੁਸੀਂ ਪਿਛਲੀ ਵਾਰੀ ਚੋਣ ਲੜੀ, ਕੋਈ ਮਾੜੇ ਮੋਟੇ ਪੈਸੇ ਪੂਸੇ ਵੰਡਣ ਦੀ ਲੋੜ ਪਈ ਕਿ ਨਹੀਂ? ਲੋਕ ਕਹਿ ਦਿੰਦੇ ਹਾਜੀ ਬਿੱਟੀ ਤਿਆਰੀ ਹੈ, ਇਲੈਕਸ਼ਨ ਲੜਨੀ ਹੈ, ਇੰਨੇ ਕਰੋੜ ਲੱਗਣਾ, ਐ ਲੱਗਣਾ। ਮੈਂ ਕਿਹਾ ਭਰਾਵੋ, ਮੈਂ ਜੇ ਆਪਣੀਆਂ ਪ੍ਰੋਪਰਟੀਜ਼ ਜਾਂ ਕਿੱਦਾਂ ਉਹਨਾਂ ਨੂੰ ਦਾਅ 'ਤੇ ਲਾ ਕੇ ਕੋਈ ਕੰਮ ਕਰੂੰਗੀ, ਫਿਰ ਮੈਂ ਕਿਸ ਤਰ੍ਹਾਂ ਸਹੀ ਕੰਮ ਕਰੂੰਗੀ? ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚਾਈ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ ਤੇ ਅੱਜ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਫਿਰ ਤੋਂ ਮੌਜੂਦ ਨੇ ਸਤਵਿੰਦਰ ਬਿੱਟੀ ਜੀ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਹਰਮਨ ਜੀ, ਥੈਂਕ ਯੂ ਸਵਰਨ ਜੀ। ਅੱਜ ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਤੁਸੀਂ ਰੀਅਲ ਬਿੱਟੀ ਨੂੰ, ਜੋ ਬਿੱਟੀ ਨੇ ਪਹਿਲਾਂ ਕੀਤਾ, ਮਤਲਬ ਅੱਗੇ ਕਰ ਰਹੀਆਂ, ਸੋ ਸਾਰੇ ਪੱਖ ਤੁਸੀਂ ਅੱਜ ਪੂਰੇ ਕਰਦੇ ਆ, ਸੰਪੂਰਨ ਕਰਦਾ। ਸ਼ੁਕਰੀਆ, ਥੈਂਕ ਯੂ। ਪਹਿਲਾ ਸਵਾਲ ਇਹ ਆ, ਰਾਜਨੀਤੀ ਦੀ ਅਸੀਂ ਹੁਣ ਗੱਲ ਕਰਾਂਗੇ। ਤੁਸੀਂ ਕਾਂਗਰਸ ਪਾਰਟੀ ਦੇ ਵਿੱਚੋਂ ਹਾਂਜੀ, ਇੱਕ ਵਾਰੀ ਚੋਣ ਲੜੀ ਆ, ਹਾਂਜੀ, ਕੁਝ ਕੁ ਵੋਟਾਂ ਦੇ ਫਰਕ ਦੇ ਨਾਲ ਤੁਸੀਂ ਜਿੱਤ ਨਹੀਂ ਸਕੇ, ਪਰ ਤੁਸੀਂ ਹੁਣ ਵੀ ਮਿਹਨਤ ਕਰ ਰਹੇ ਹੋ। ਜੀ ਵੀਰ ਜੀ। ਕਲਾਕਾਰ ਬਹੁਤ ਸਾਰੇ ਪੰਜਾਬੀ ਗਾਇਕੀ ਦੇ ਵਿੱਚੋਂ, ਫਿਲਮਾਂ ਦੇ ਵਿੱਚੋਂ ਰਾਜਨੀਤੀ ਦੇ ਵਿੱਚ ਕਾਮਯਾਬ ਹੋਣ ਦੀ ਇੱਛਾ ਪਾਲ ਕੇ ਗਏ, ਪਰ ਉਹਦੇ ਵਿੱਚੋਂ ਵਿਰਲੇ ਟਾਵੇਂ ਹੀ ਆ, 2-3 ਨਾਂ। ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਉਨੀ ਸਫਲਤਾ ਨਹੀਂ ਮਿਲੀ। ਜਦੋਂ ਰਾਜਨੀਤੀ ਦੇ ਵਿੱਚ ਤੁਸੀਂ ਆਉਣ ਲੱਗੇ, ਮਨ ਦੇ ਵਿੱਚ ਧੁੜਕੂ ਜਾਂ ਨਹੀਂ ਸੀ ਕਿ ਉਸ ਪਾਸੇ ਚੱਲੇ ਆ ਜਿੱਥੇ ਵਰਗ ਵੰਡ ਬਹੁਤ ਆ? ਜਦੋਂ ਕਲਾਕਾਰ ਹੁੰਨੇ ਆ ਉਦੋਂ ਤਾਂ ਅਕਾਲੀ ਦਲ ਦੇ ਸਮਰਥਕ ਵੀ ਸੁਣਦੇ ਆ, ਕਾਂਗਰਸੀ ਵੀ ਸੁਣਦੇ ਆ, ਆਪ ਵਾਲੇ ਵੀ ਸੁਣਦੇ, ਬਸਪਾ ਵਾਲੇ ਵੀ ਸੁਣਦੇ ਆ। ਫਿਰ ਕਹਿੰਦੇ ਨੇ ਇਹ ਅਕਾਲੀ ਦਲ ਵਾਲਾ, ਇਹ ਤਾਂ ਕਾਂਗਰਸੀ ਆ। ਡਰ ਨਹੀਂ ਸੀ? ਡਰ ਥੋੜ੍ਹਾ ਜਿਹਾ ਤਾਂ ਦੇਖੋ, ਬੰਦਾ ਸੋਚਦਾ ਕਿ ਇੱਕ ਨਵਾਂ ਪ੍ਰੋਫੈਸ਼ਨ ਹੈ, ਮੈਂ ਕਿਸ ਤਰ੍ਹਾਂ ਇਹਨੂੰ ਲੋਕਾਂ 'ਚ ਜਾਣਾ ਹੈ। ਪਰ ਮੈਨੂੰ ਡਰ ਨਹੀਂ ਕਦੇ ਲੱਗਿਆ। ਮੈਨੂੰ ਇਹ ਲੱਗਦਾ ਕਿ ਮੈਂ ਲੋਕਾਂ ਨੂੰ ਇੰਨਾ ਮਿਲਦੀ ਰਹੀ ਹਾਂ ਪਹਿਲਾਂ ਐਜ਼ ਏ ਆਰਟਿਸਟ। ਉਦੋਂ ਵੀ ਤਾਂ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਸੁਣਦੇ ਸੀਗੇ ਤੇ ਹੁਣ ਵੀ ਮੈਂ ਹਰ ਤਰ੍ਹਾਂ ਦੇ ਲੋਕਾਂ 'ਚ ਆਪਣੇ ਆਪ ਨੂੰ ਪ੍ਰੂਵ ਕਰਨਾ ਸੀਗਾ ਕਿ ਮੇਰੀ ਸੋਚ ਕੀ ਹੈ। ਮੇਰੀ ਸੋਚ, ਮੈਂ ਜਦੋਂ ਇਨਸਾਨੀਅਤ ਦੀ ਗੱਲ ਕਰਦੀ ਹਾਂ, ਜਦੋਂ ਮੈਂ ਆਪਣੇ ਗੁਰੂ ਸਾਹਿਬਾਨ ਨੂੰ ਇੰਨਾ ਗਾਇਆ, ਉਸ ਦਾ ਮੇਰੇ 'ਤੇ ਅਸਰ ਸੀ। ਗੁਰੂ ਸਾਹਿਬ ਨੇ ਇਨਸਾਨੀਅਤ ਲਈ ਸਾਰਾ ਜੀਵਨ ਲਗਾਇਆ। ਮੈਂ ਹੀ ਸਮਝਦੀ ਹਾਂ ਕਿ ਇਨਸਾਨੀਅਤ ਦੀ ਗੱਲ ਕਰਕੇ ਉਹਨਾਂ ਨੇ ਐਡੀ ਵੱਡੀ ਇੱਕ ਲੜਾਈ ਲੜੀ ਔਰੰਗਜ਼ੇਬ ਨਾਲ, ਤੇ ਉਹੀ ਅਸਰ, ਉਹੀ ਭਾਵਨਾ ਨਾਲ ਮੈਂ ਆਪਣੇ ਲੋਕਾਂ 'ਚ ਜਾਂਦੀ ਸੀ ਕਿ ਮੈਂ ਤਾਂ ਤੁਹਾਡੇ ਲਈ ਕੰਮ ਕਰਨਾ ਹੈ। ਜੇ ਅੱਜ ਕੁਦਰਤ ਨੇ ਮੈਨੂੰ ਇੰਨਾ ਇੱਕ ਘੜ ਕੇ ਲੋਕਾਂ 'ਚ ਇੱਕ ਪਰਪੱਕ ਬਣਾ ਕੇ, ਵੀ ਲੋਕਾਂ 'ਚ ਇੰਨਾ ਪਿਆਰ ਦਵਾ ਕੇ ਅੱਜ ਇੱਕ ਮੌਕਾ ਦੇਤਾ, ਮੌਕਾ ਲੋਕਾਂ ਨੇ ਮੈਨੂੰ ਦਵਾਇਆ ਕਿ ਮੈਂ ਉਹਨਾਂ ਲਈ
ਉਹਨਾਂ ਦੀ ਜ਼ਿੰਦਗੀ ਦਾ ਕੁਝ ਅੱਛਾ ਕਰ ਸਕਾਂ ਤਾਂ ਮੈਂ ਕਿਉਂ ਨਾ ਕਰਾਂ। ਮੈਂ ਕਿਉਂ ਤੁਹਾਡੇ ਕੋਲੇ ਦੱਸੋ ਮੈਂ ਆਪਾਂ ਕੀ ਕਰਨਾ। ਬੈਠ ਕੇ ਸਲਾਹਾਂ ਕੀਤੀਆਂ, ਹਰ ਇੱਕ ਮੈਂ ਪਰਿਵਾਰ 'ਚ ਜਾਂਦੀ ਸੀ, ਉਹਦੀ ਸਲਾਹ ਲੈਂਦੀ ਸੀ ਵੀ ਆਪਾਂ ਨੂੰ ਕੀ ਮੁਸ਼ਕਲਾਂ ਨੇ, ਇਹਨੂੰ ਆਪਾਂ ਕਿਵੇਂ ਹੱਲ ਕਰ ਸਕਦੇ ਹਾਂ, ਤੇ ਉੱਥੋਂ ਹੀ ਹੱਲ ਲੱਭ ਜਾਂਦੇ ਸੀ ਵਿੱਚੋਂ ਜੀ। ਤੇ ਮੈਨੂੰ ਤਾਂ ਲੱਗਦਾ ਹੈ ਕਿ ਮੈਂ ਕਾਮਯਾਬ ਵੀ ਤਾਂ ਹੋਈ ਹਾਂ ਕਿਉਂਕਿ ਮੈਂ ਪਹਿਲਾਂ ਆਰਟਿਸਟ ਸੀ। ਮੈਂ ਆਪਣੇ ਆਪ ਨੂੰ ਅੱਜ ਕਾਮਯਾਬ ਸਮਝਦੀ ਹਾਂ ਕਿ ਮੈਂ ਆਪਣੇ 160 ਪਿੰਡਾਂ 'ਚ ਹਰ ਪਿੰਡ 'ਚ ਅੱਜ ਕੰਮ ਚੱਲ ਰਿਹਾ ਸਾਡੇ। ਇੰਨਾ ਕੰਮ ਮੇਰੇ ਲੋਕ ਮੈਨੂੰ ਦੱਸਦੇ ਆ ਕਿ ਇੰਨਾ ਤਾਂ ਕਦੀ ਕੰਮ ਹੀ ਨਹੀਂ ਹੋਇਆ 40 ਸਾਲ ਤੋਂ, ਜਿਹੜਾ ਕਿਤੇ ਕੋਈ ਰੋਡ ਨਹੀਂ ਬਣਿਆ ਉਹ ਅੱਜ ਅਸੀਂ ਰੋਡ ਬਣਾਤਾ। ਇੱਕ ਡੈਡੀਕੇਸ਼ਨ ਮੈਂ ਇਹ ਸਮਝਦੀ ਹਾਂ ਕਿ ਮੈਂ ਜਿਵੇਂ ਆਪਾਂ ਗੱਲਾਂ ਕਰ ਰਹੇ ਸੀ ਕਿ ਅਸੀਂ ਜਿਹੜੀਆਂ ਧੀਆਂ, ਅਸੀਂ ਜਿਹੜੀਆਂ ਕੁੜੀਆਂ ਹਾਂ, ਸਾਨੂੰ ਰੱਬ ਵੱਲੋਂ ਇੱਕ ਡੈਡੀਕੇਸ਼ਨ ਮਿਲਦੀ ਹੈ ਹਰ ਰਿਸ਼ਤੇ ਪ੍ਰਤੀ ਜੀ। ਅਸੀਂ ਬੜਾ ਡਿਵੋਟਿਡ ਹੁੰਦੇ ਆ। ਸਾਨੂੰ ਹੁੰਦਾ ਹੈ ਕਿ ਅਸੀਂ ਜੇ ਅੱਜ ਆਪਣੇ ਬੱਚੇ ਨੂੰ ਅਸੀਂ ਅੱਛੇ ਸਕੂਲ 'ਚ ਪੜ੍ਹਾਉਣਾ ਹੈ, ਅਸੀਂ ਉਹਨੂੰ ਰੋਜ਼ ਚੈੱਕ ਕਰਨਾ ਹੈ ਜੀ। ਇਸੇ ਤਰ੍ਹਾਂ ਮੈਨੂੰ ਹੁੰਦਾ ਅੱਛਾ ਮੈਂ ਸੜਕ ਬਣਾਉਣੀ ਹੈ, ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਲਾਤੀ ਵੀ ਪੁੱਤ ਸਾਡੀ ਸੜਕ ਬਣਾ ਦੇ। ਮੇਰੇ ਤਾਂ ਦਿਮਾਗ 'ਤੇ ਬੋਝ ਰਹਿੰਦਾ, ਮੈਂ ਰੋਜ਼ ਅਫਸਰਾਂ ਪੁੱਛੀ ਜਾਂਦੀ ਹਾਂ ਕਦੋਂ ਆਪਣੇ ਪੈਸੇ ਆ ਰਹੇ ਹੈ, ਮੈਂ ਇਹ ਸੜਕ ਬਣਾਉਣੀ ਹੈ, ਕਦੋਂ ਆਪਣਾ ਇਹ ਕੰਮ ਮੈਂ ਕਰਾ ਸਕਦੀ ਹਾਂ। ਸੋ ਮੈਂ ਉਹਦੇ ਲਈ ਮਤਲਬ ਮੈਨੂੰ ਚਿੰਤਾ ਰਹਿੰਦੀ ਸੀ ਜੀ। ਸੋ ਇਹ ਸਾਡਾ ਸੁਭਾਅ ਹੁੰਦਾ ਕੁੜੀਆਂ ਦਾ ਕਿ ਅਸੀਂ ਚਿੰਤਾ ਕਰਨੀ ਹੈ, ਆਪਣੇ ਬੱਚੇ ਦੀ ਵੀ ਚਿੰਤਾ ਕਰਨੀ ਹੈ, ਆਪਣੇ ਲੋਕਾਂ ਦੀ ਚਿੰਤਾ ਕਰਨੀ ਹੈ ਵੀ ਹਾਂ ਜੇ ਕਿਸੇ ਦਾ ਬੱਚਾ ਖੱਡੇ 'ਚ ਗਿਰਿਆ ਮੈਨੂੰ ਫਿਕਰ ਹੁੰਦਾ ਸੀ ਵੀ ਇੱਥੇ ਮੇਰਾ ਬੱਚਾ ਵੀ ਗਿਰ ਸਕਦਾ। ਬਿਲਕੁਲ ਸਹੀ। ਸੋ ਮੈਂ ਉਸੇ ਫੀਲਿੰਗ ਨਾਲ ਲੋਕਾਂ 'ਚ ਗਈ, ਸਮਝਿਆ, ਔਰ ਬੜੇ ਹੱਦ ਤੱਕ ਮੈਨੂੰ ਲੱਗਦਾ ਕਿ ਜੇ 100 ਕੰਮ ਸੀ ਉਹਦੇ 'ਚੋਂ ਅੱਜ ਅਸੀਂ 60-65% ਅਸੀਂ ਕੰਮ ਕਰ ਚੁੱਕੇ ਹਾਂ ਜੀ। ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਦੋਂ ਆਰਟਿਸਟ ਸੀ ਤੁਸੀਂ, ਉਦੋਂ ਜਦੋਂ ਬਾਹਰੋਂ ਰਾਜਨੀਤੀ ਨੂੰ ਵੇਖਿਆ ਸੀ ਤੇ ਉਦੋਂ ਰਾਜਨੀਤੀ ਕਿੰਨੀ ਕੁ ਚੰਗੀ ਲੱਗਦੀ ਸੀ? ਮੈਨੂੰ ਕੁਝ ਨਹੀਂ ਸੀ ਪਤਾ ਜੀ ਰਾਜਨੀਤੀ ਬਾਰੇ। ਮੈਂ ਤੁਹਾਨੂੰ ਸਹੀ ਦੱਸਾਂ ਕਿ ਮੈਂ ਤਾਂ ਪ੍ਰੋਗਰਾਮ ਹੀ ਕਰਦੀ ਸੀਗੀ, ਨਾ ਮੈਂ ਕਦੇ ਇਹ ਸੋਚਦੀ ਸੀ ਵੀ ਕਿਹਦਾ ਰਾਜ ਹੈ, ਨਾ ਸਾਨੂੰ ਕੋਈ ਬਾਹਲੇ ਕੰਮ ਪੈਂਦੇ ਸੀ। ਸਾਡੇ ਵੈਸੇ ਕੰਮ ਹੋ ਹੀ ਜਾਂਦੇ ਸੀ ਸਾਰੇ ਜੋ ਨਾਰਮਲ ਜੇ ਆਪਣੀ ਫੈਮਿਲੀ ਸੀਗੀ ਜੀ। ਸੋ ਇਹਦਾ ਵਿੱਚ ਆ ਕੇ ਪਤਾ ਲੱਗਦਾ ਕਿ ਅੱਛਾ ਸਿਸਟਮ ਸਾਡੇ ਦੇਸ਼ ਦਾ ਇਸ ਤਰ੍ਹਾਂ ਚੱਲਦਾ ਹੈ, ਇਸ ਤਰ੍ਹਾਂ ਜਿਹੜੇ ਨੁਮਾਇੰਦੇ ਹੁੰਦੇ ਆ। ਇਹ ਮੈਨੂੰ ਵਿੱਚ ਆ ਕੇ ਬਹੁਤ ਗੱਲਾਂ ਪਤਾ ਲੱਗੀਆਂ। ਔਰ ਈਵਨ ਮੈਨੂੰ ਤਾਂ ਇਹ ਨਹੀਂ ਸੀਗਾ ਪਤਾ ਵੀ ਇਹ ਜ਼ਿਲ੍ਹਾ ਪ੍ਰਧਾਨ ਹੁੰਦੇ ਆ ਇਸ ਤਰ੍ਹਾਂ, ਹਾਂਜੀ। ਫਿਰ ਅੱਗੇ ਬਲਾਕ ਸੰਮਤੀ ਦੀਆਂ ਇਲੈਕਸ਼ਨਸ ਹੁੰਦੀਆਂ ਨੇ, ਛੋਟੀਆਂ ਕਮੇਟੀ ਦੀਆਂ ਇਲੈਕਸ਼ਨਸ ਹੁੰਦੀਆਂ ਨੇ। ਜਦੋਂ ਮੈਂ ਸਿਸਟਮ 'ਚ ਆ ਗਈ ਹਾਂ ਬਹੁਤ ਜ਼ਿਆਦਾ, ਫਿਰ ਮੈਂ ਸਿੱਖਿਆ। ਫਿਰ ਸਾਰੀਆਂ ਜਦੋਂ ਪਹਿਲੀ ਇਲੈਕਸ਼ਨ ਭਾਵੇਂ ਅਸੀਂ ਹਾਰ ਗਏ, ਉਸ ਤੋਂ ਬਾਅਦ ਸਾਡੀ ਕਮੇਟੀ ਦੀ ਇਲੈਕਸ਼ਨ ਆਈ ਸਾਨੇਵਾਲ ਸ਼ਹਿਰ ਦੀ। ਉਹਦੀਆਂ ਪਹਿਲਾਂ ਮੇਰਾ ਖਿਆਲ ਸੀਗੀਆਂ 10-11 ਵਾਰਡਸ, ਉਸ ਤੋਂ ਬਾਅਦ ਅਸੀਂ ਉਹਨੂੰ 15 ਤੱਕ ਲੈ ਗਏ ਕਿਉਂਕਿ ਏਰੀਆ ਵੱਧਦਾ ਰਹਿੰਦਾ, ਹਰ ਵਾਰੀ ਵਾਰਡਸ ਵੱਧਦੀਆਂ ਨੇ। ਤੇ ਉਹਦੇ 'ਚ 15 ਸੀਟਾਂ 'ਚੋਂ ਸਾਰੇ ਕਹਿੰਦੇ ਸੀਗੇ ਬਿੱਟੀ ਤਾਂ ਸਿਆਸਤ ਨਹੀਂ ਜਾਣਦੀ, ਮੈਨੂੰ ਅਣਜਾਣ ਸਮਝਦੇ ਸੀ। ਮੈਂ ਕਿਹਾ ਇਹ ਵੀ ਇੱਕ ਮੇਰੀ, ਮੈਂ ਕਹਿੰਦੀ ਮੈਨੂੰ ਬੈਨੀਫਿਟ ਰਿਹਾ ਕਿ ਸਾਰੇ ਮੈਨੂੰ ਅਣਜਾਣ ਸਮਝਦੇ ਤੇ ਅਸੀਂ ਅਣਜਾਣ ਬੰਦਾ ਹੀ ਬਹੁਤ ਕੁਝ ਕਰ ਜਾਂਦਾ ਹੈ। ਫਿਰ ਅੱਛਾ ਇਹਨੂੰ ਵੀ ਪਤਾ ਸੀ। ਸੋ ਅੱਛੀ ਗੱਲ ਹੈ, ਅਣਜਾਣ ਬਣ ਕੇ ਰਹੋ ਜੀ। 15 ਸੀਟਾਂ 'ਚੋਂ ਅਸੀਂ 13 ਮੇਰੇ ਖਿਆਲ ਜਿੱਤ ਗਏ ਤੇ ਸਾਡੇ ਪਾਰਟੀ ਦਾ ਉੱਥੇ ਪ੍ਰਧਾਨ ਬਣ ਗਿਆ ਜੀ। ਉਸ ਤੋਂ ਬਾਅਦ ਬਲਾਕ ਸੰਮਤੀ ਇਲੈਕਸ਼ਨਸ ਹੋਈਆਂ ਜਿਹਦੇ 'ਚੋਂ 25 ਸੀਟਾਂ ਅਸੀਂ ਲੜਨੀਆਂ ਸੀਗੀਆਂ, ਹੈ ਜੀ। ਉਹਦੇ 'ਚੋਂ ਹਰ ਕੋਈ ਕਹਿੰਦਾ ਸੀਗਾ ਵੀ ਕਿੱਥੇ ਅਸੀਂ ਜਿੱਤਣਾ ਹੈ, ਕੋਈ ਬੰਦਾ ਲੜਨ ਨੂੰ ਤਿਆਰ ਨਹੀਂ ਸੀਗਾ। ਫਿਰ ਮੈਂ 90 ਬੰਦੇ ਨਵੇਂ ਲੀਡਰ ਤਿਆਰ ਕੀਤੇ ਜਿਹੜੇ ਮੇਰੇ ਸੁਭਾਅ ਵਰਗੇ ਸੀ, ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਸੀ। ਇੱਕ ਗਰੀਬ ਬੰਦਾ, ਸਵਰਨ ਜੀ, ਇੱਕ ਗਰੀਬ ਬੰਦਾ ਇੱਥੇ ਮੱਤੇਵਾੜੇ ਪਿੰਡ ਹੈ ਸਾਡੇ, ਉੱਥੋਂ ਕੋਈ ਵੀ ਮਤਲਬ ਕਾਂਗਰਸ ਨਾਲ ਜੁੜਿਆ ਨਹੀਂ ਸੀ ਬੰਦਾ। ਇੱਕੋ ਹੀ ਬੰਦਾ ਮੈਨੂੰ ਮਿਲਣ ਆਉਂਦਾ ਹੁੰਦਾ ਸੀਗਾ, ਉਹਦਾ ਨਾਮ ਸੀਗਾ ਨਿਰਮਲ। ਤੇ ਮੈਨੂੰ ਉਹਨੇ ਆ ਕੇ ਦੱਸਣਾ, ਕਹਿੰਦਾ ਭੈਣ ਜੀ ਅਸੀਂ ਪੱਕੇ ਪੁਰਾਣੇ ਕਾਂਗਰਸ ਪਾਰਟੀ ਨਾਲ ਜੁੜੇ ਹਾਂ। ਤੇ ਜਦੋਂ ਇਲੈਕਸ਼ਨ ਲੜਨੀ ਸੀ ਉਸ ਇਲਾਕੇ 'ਚੋਂ ਮੈਨੂੰ ਇਹ ਨਹੀਂ ਸੀ ਪਤਾ ਮੈਂ ਕਿਹਨੂੰ ਇਲੈਕਸ਼ਨ ਲੜਾਉਣੀ ਹੈ, ਕਿਉਂਕਿ ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਸੀ ਇੱਥੇ। ਸਾਰੇ ਲੋਕਾਂ 'ਚ ਉਹਨਾਂ ਨੇ ਆਪਣਾ ਪ੍ਰਭਾਵ ਬਣਵਾ ਲਿਆ ਸੀ, ਹੈ ਜੀ। ਫਿਰ ਉਸੇ ਬੰਦੇ ਨੂੰ ਮੈਂ ਇਲੈਕਸ਼ਨ ਲੜਾਤੀ ਜਿਹੜਾ ਮੇਰੇ ਕੋਲ ਆਉਂਦਾ ਸੀ। ਉਹ ਗਰੀਬ ਸੀ ਪਰ ਇੰਨਾ ਸਿੰਸੀਅਰ ਸੀ। ਅੱਜ ਉਹ ਸਾਡੀ ਕਮੇਟੀ ਦਾ ਮੈਂਬਰ ਵੀ ਹੈ। ਅੱਜ ਉਹ ਉੱਥੇ 10 ਪਿੰਡਾਂ ਦੇ ਕੰਮ ਕਰਾ ਰਿਹਾ। ਅੱਜ ਉਹਦਾ ਮੱਤੇਵਾੜੇ 'ਚ ਜਾ ਕੇ ਦੇਖੋ, ਮੈਂ ਕਹਿੰਦੀ ਹਰ ਘਰ 'ਚ ਉਹ ਬੰਦੇ ਦੀ ਤਾਰੀਫ ਹੋ ਰਹੀ ਹੈ ਔਰ ਹਰ ਘਰ 'ਚ ਉਹਨੇ ਹਰ ਇੱਕ ਦਾ ਕੰਮ ਕਰਾਇਆ ਜੀ। ਸੋ ਇਸ ਤਰ੍ਹਾਂ ਅਸੀਂ ਬਲਾਕ ਸੰਮਤੀ ਜਿੱਤ ਗਏ। ਪਹਿਲੀ ਵਾਰ ਕਾਂਗਰਸ ਦਾ ਬਲਾਕ ਸੰਮਤੀ ਦਾ ਚੇਅਰਮੈਨ ਬਣਾਤਾ ਇੱਥੇ ਸਾਨੇਵਾਲ ਹਲਕੇ 'ਚ। ਉਧਰ ਸਾਡਾ ਬਣ ਗਿਆ ਕਮੇਟੀ ਦਾ ਪ੍ਰਧਾਨ, ਇੱਧਰ ਸਾਡਾ ਚੇਅਰਮੈਨ ਬਣ ਗਿਆ। ਉਸ ਤੋਂ ਬਾਅਦ ਸਾਡਾ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆਈ ਜੀ, ਤਿੰਨੋਂ ਅਸੀਂ ਉਹ ਜਿੱਤ ਗਏ। ਸੋ ਮੇਰੇ ਕਹਿਣ ਤੋਂ ਇਹ ਭਾਵ ਹੈ ਇਹ ਇਲੈਕਸ਼ਨਾਂ ਵਿੱਚ ਮੈਂ ਲੋਕਾਂ 'ਚ ਜਾਣ ਦਾ ਮੌਕਾ ਫਿਰ ਮਿਲਦਾ, ਹਰ ਵਾਰ ਮਿਲਦਾ। ਫਿਰ MP ਇਲੈਕਸ਼ਨ ਆਈ, ਹਰ ਵਾਰ ਲੋਕਾਂ 'ਚ ਜਦੋਂ ਜਾਣਾ ਮਿਲਣਾ, ਲੋਕਾਂ ਨੂੰ ਵੀ ਪਤਾ ਲੱਗਿਆ ਕਿ ਬਿੱਟੀ ਦਾ ਕੀ ਸੁਭਾਅ ਹੈ। ਔਰ ਮੈਨੂੰ ਵੀ ਪਤਾ ਲੱਗਿਆ ਕਿ ਇੱਥੇ ਇਲਾਕੇ 'ਚ ਜਿੱਥੇ ਮੈਨੂੰ ਮੌਕਾ ਮਿਲਿਆ ਇੱਥੇ ਕਿੰਨੇ ਤਰ੍ਹਾਂ ਦੇ ਲੋਕ ਨੇ। ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਹੀ ਕਿਉਂ ਗਏ ਤੇ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਾਇਆ ਕਿਹਨੇ? ਕੁਦਰਤ ਨੇ ਜੀ।
ਪਰਮਾਤਮਾ ਨੇ। ਮੈਂ ਤਾਂ ਹਰ ਗੱਲ ਉਹਦਾ ਹੁਕਮ ਮੰਨਦੀ ਹਾਂ। ਪਰਮਾਤਮਾ ਦਾ ਹੀ ਹੁਕਮ ਸੀ ਕਿ ਮੈਂ ਅਮਰੀਕਾ 'ਚ ਚਲੀ ਗਈ। ਔਰ ਜਿਹੜੇ ਕੈਪਟਨ ਸਾਹਿਬ ਨੂੰ ਇੱਥੇ ਲੋਕ ਕਹਿੰਦੇ ਆ ਕਿ ਬਹੁਤ ਮੁਸ਼ਕਲ ਨਾਲ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ, ਤੇ ਜਦੋਂ ਪਾਰਟੀ ਦਾ ਹੀ ਪ੍ਰੋਗਰਾਮ ਕਰਨ ਵਾਸਤੇ ਸ਼ਿਕਾਗੋ ਆਏ ਹੋਏ ਸੀਗੇ ਕੈਪਟਨ ਸਾਹਿਬ ਔਰ ਹੋਰ ਕਾਫੀ ਨਾਲ ਨੁਮਾਇੰਦੇ ਸੀਗੇ। ਇਹਨਾਂ ਨੇ ਕੈਨੇਡਾ ਜਾਣਾ ਸੀਗਾ, ਪਰ ਕੈਨੇਡਾ ਦਾ ਪ੍ਰੋਗਰਾਮ ਕਿਸੇ ਤਰੀਕੇ ਨਾਲ ਦਾ ਨਹੀਂ ਬਣ ਪਾਇਆ ਔਰ ਇਹ ਸ਼ਿਕਾਗੋ 'ਚ ਹੀ ਰਹਿ ਗਏ। ਤੇ ਉੱਥੇ ਮੇਰੇ ਹਸਬੈਂਡ ਵੀ ਸੀ, ਕਿਉਂਕਿ ਸਾਡਾ ਪਰਿਵਾਰ, ਮੇਰੇ ਫਾਦਰ ਇਨ ਲਾ, ਸਾਰੇ ਅਸੀਂ ਪੁਰਾਣੇ ਆਜ਼ਾਦ ਹਿੰਦ ਫੌਜ ਵੇਲੇ ਸਾਡੇ ਨਾਨਾ ਜੀ ਨੇ ਜਿਵੇਂ ਉੱਥੇ ਆਜ਼ਾਦ ਹਿੰਦ ਫੌਜ ਦਾ ਹਿੱਸਾ ਸੀਗੇ, ਫਰੀडम ਫਾਈਟਰ ਸੀਗੇ। ਸਾਡੇ ਦਾਦਾ ਜੀ ਇਹ ਸਾਰੇ ਪੁਰਾਣੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ। ਮੇਰੇ ਸਹੁਰਾ ਸਾਹਿਬ, ਸਾਡੇ ਤਾਇਆ ਜੀ, ਇਹ ਸਾਰੇ ਮਤਲਬ ਪਾਰਟੀ ਨਾਲ ਜੁੜੇ ਹੋਏ ਸੀਗੇ। ਜਿਸ ਕਰਕੇ ਜਦੋਂ ਮੇਰਾ ਵਿਆਹ ਕੇ ਇਸ ਪਰਿਵਾਰ 'ਚ ਆਈਆਂ ਤਾਂ ਮੇਰੀ ਤਾਂ ਝੋਲੀ 'ਚ ਇਹਨਾਂ ਵੱਲੋਂ ਹੀ ਪੈ ਗਿਆ ਕਿ ਇਹ ਮੇਰੀ ਕਿਸਮਤ ਜੀ। ਉੱਥੇ ਕੈਪਟਨ ਸਾਹਿਬ ਨੂੰ ਜਦੋਂ ਇਹ ਗੱਲ ਕੀਤੀ ਗਈ ਕਿ ਇਹ ਕਾਂਗਰਸ ਨਾਲ ਜੁੜਿਆ ਪਰਿਵਾਰ ਹੈ ਤੇ ਬਿੱਟੀ ਤੁਹਾਡੀ ਇਲੈਕਸ਼ਨ 'ਚ ਇਹਨੂੰ ਅਸੀਂ ਬੁਲਾਵਾਂਗੇ, ਮਦਦ ਕਰੋਗੀ। ਤੇ ਕੁਦਰਤੀ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ, ਉਦੋਂ ਲੜਕੀਆਂ ਨੂੰ ਵੀ ਚਾਂਸ ਮਿਲ ਰਹੇ ਸੀ ਜੀ। ਤੇ ਮੈਨੂੰ ਕੈਪਟਨ ਸਾਹਿਬ ਨੇ ਪੁੱਛਿਆ, ਬੇਟਾ ਆਰ ਯੂ ਸੀਰੀਅਸ, ਤੁਹਾਨੂੰ ਕੀ ਲੱਗਦਾ? ਮੈਂ ਕਿਹਾ ਸਰ ਤੁਸੀਂ ਪਾਰਖ ਹੋ। ਕਿਉਂਕਿ ਮੈਂ ਇਹ ਸਮਝਦੀ ਹਾਂ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ 50 ਸਾਲ ਦਾ ਤਜਰਬਾ ਹੈ। ਇਹ ਕੰਮ ਹੀ ਤਜਰਬੇ ਦਾ ਹੈ ਜੀ। ਲੀਡਰਸ਼ਿਪ ਦਾ ਜਿੰਨਾ ਤਜਰਬਾ ਹੋਏਗਾ ਉਨਾ ਘੱਟ ਹੈ। ਤੇ ਉਹਨਾਂ ਦੇ ਤਜਰਬੇ ਨੇ, ਮੈਂ ਕਿਹਾ ਸਰ ਤੁਸੀਂ ਪਾਰਖ ਹੋ, ਮੈਨੂੰ ਚਾਂਸ ਦਿੱਤਾ। ਤੇ ਮੈਨੂੰ ਲੱਗਿਆ ਕਿ ਇੱਕ ਫੈਮਿਲੀ ਜਿਹੜੀ ਸਾਡੀ ਕਦੋਂ ਤੋਂ ਅਸੀਂ ਚਾਹ ਰਹੇ ਸੀ, ਜਿਹੜੇ ਸ਼ੁਰੂ ਤੋਂ ਸਾਡੇ ਇੱਕ ਦੇਸ਼ ਨਾਲ ਪਿਆਰ ਔਰ ਲੋਕਾਂ ਲਈ ਕੁਝ ਕਰਨ ਦਾ ਜਜ਼ਬਾ ਸੀ ਪਰਿਵਾਰ 'ਚ, ਉਹ ਮੇਰੇ ਰਾਹੀਂ ਘਰ 'ਚ ਆ ਰਿਹਾ ਸੀ ਜੀ। ਤਾਂ ਮੈਂ ਬੜੀ ਖੁਸ਼ੀ ਨਾਲ ਇਸ ਜ਼ਿੰਮੇਵਾਰੀ ਨੂੰ ਆਪਣੇ ਪਰਿਵਾਰ ਦਾ ਨਾਂ ਉੱਚਾ ਕਰਨ ਲਈ, ਜਿਹੜਾ ਸ਼ੁਰੂ ਤੋਂ ਇੱਕ ਇਹਨਾਂ ਦਾ ਜਜ਼ਬਾ, ਉਹਨੂੰ ਸਮਝਦੇ ਹੋਏ ਮੈਂ ਇਹ ਝੰਡਾ ਚੱਕਿਆ। ਕਿਸੇ ਵੀ ਪਾਰਟੀ ਵਿੱਚ ਜਾਣਾ ਜਾਂ ਨਾ ਜਾਣਾ ਇਹ ਹਰ ਬੰਦੇ ਦੀ ਆਪਣੀ ਨਿੱਜੀ ਮਰਜ਼ੀ ਆ, ਇਹਦੇ ਉੱਤੇ ਕੋਈ ਟਿੱਪਣੀ ਨਹੀਂ। ਹਾਂਜੀ। ਪਰ ਸਵਾਲ ਇਹ ਪੈਦਾ ਹੁੰਦਾ ਵੀ 4.5 ਸਾਲ ਬੀਤ ਜਾਣ ਦੇ ਬਾਵਜੂਦ ਲੋਕਾਂ ਦੇ ਮਨਾਂ ਦੇ ਉੱਤੇ ਇਹ ਛਾਪ ਛੱਡੀ ਗਈ ਹੈ ਵੀ ਭਾਈ ਕੰਮ ਨਹੀਂ ਕੀਤੇ, ਲੜਾਈ ਝਗੜੇ ਹਾਂਜੀ ਹਲਕਿਆਂ 'ਚ ਜਾ ਕੇ ਨਹੀਂ ਦੇਖਿਆ। ਹਾਂਜੀ। ਮੰਤਰੀ ਤੇ ਇਹ ਆਪ ਕਹਿੰਦੇ ਰਹੇ ਜੀ ਕਿ ਸਾਡੇ ਤਾਂ ਸੁਣਵਾਈ ਨਹੀਂ ਕਰਦੇ ਕੈਪਟਨ ਸਾਹਿਬ, ਮਿਲਦੇ ਹੀ ਨਹੀਂ। ਚੌਥੇ ਕੁ ਮਹੀਨੇ ਕਾਂਗਰਸ ਦੇ ਵਿਧਾਇਕ ਇਹ ਗੱਲ ਕਹਿੰਦੇ ਵੀ ਭਾਈ ਹੁਣ ਤਾਂ ਕੈਪਟਨ ਸਾਹਿਬ ਫੁਲਕਾ ਖਵਾਉਣਗੇ, ਕਿਉਂਕਿ ਉਹਨਾਂ ਨੇ ਹੁਣ ਸਾਨੂੰ ਉੱਥੇ ਬੁਲਾਉਣਾ, ਤੇ ਉਹ ਕਹਿਣਗੇ ਜੀ ਆਜੋ ਆਪਾਂ ਲੰਚ ਡਿਪਲੋਮੈਸੀ ਦਾ ਸਹਾਰਾ ਲੈਂਦੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਜੋ ਮੌਕਾ ਮਿਲਿਆ ਪੰਜਾਬ ਦੇ ਵਿੱਚ, ਉਸ ਮੌਕੇ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਗਈ ਤੇ ਕਾਂਗਰਸ ਪਾਰਟੀ ਨੇ ਤਲੀ ਤੇ ਸਰੋਂ ਜਮਾ ਕੇ ਨਹੀਂ ਦਿਖਾਈ? ਬਿਲਕੁਲ ਮੈਂ ਇਸ ਗੱਲ ਨਾਲ ਨਹੀਂ ਐਗਰੀ। ਬਹੁਤ ਜ਼ਿਆਦਾ ਕੰਮ ਹੋ ਰਹੇ ਹੈ, ਗੱਲ ਸਿਰਫ ਕੰਮ ਦਿਖਾਏ ਨਹੀਂ ਜਾ ਰਹੇ। ਜਿਹੜਾ ਸਾਰਾ ਮੀਡੀਆ ਹੈ ਉਹ ਇਸੇ ਚੀਜ਼ਾਂ ਨੂੰ ਕਵਰ ਕਰ ਰਹੇ ਨੇ, ਜੋ ਅੱਜ ਕੱਲ੍ਹ ਆਪਸ 'ਚ ਥੋੜ੍ਹੀਆਂ ਬਹੁਤੀਆਂ ਗੱਲਾਂ ਜਾਂ ਇੱਧਰ ਨੂੰ ਚੱਲਿਆ ਹੋਇਆ ਹੈ। ਤਾਂ ਮੈਂ ਤਾਂ ਹੁਣ ਤੋਂ ਅੱਜ ਤੋਂ ਹੀ ਮੈਂ ਕੋਸ਼ਿਸ਼ ਇਹ ਕੀਤੀ ਹੈ, ਪਹਿਲਾਂ ਤੋਂ ਵੀ ਕੀਤੀ ਹੈ, ਕਿ ਜੋ ਸਾਡੇ ਹਲਕੇ ਦੀ ਮੈਂ ਪੋਜੀਸ਼ਨ ਦੱਸਾਂ, ਇੰਨੇ ਜ਼ਿਆਦਾ ਕੰਮ ਹੋ ਰਹੇ ਨੇ ਬਟ ਉਹ ਕੋਈ ਦਿਖਾ ਨਹੀਂ ਰਿਹਾ। ਇਹ ਸਾਡੀ ਕਾਂਗਰਸ ਪਾਰਟੀ ਦੀ ਮੈਂ ਸਮਝਦੀ ਹਾਂ ਕਿ ਅਸੀਂ ਇਸ ਗੱਲੋਂ ਪਿੱਛੇ ਰਹਿ ਗਏ ਹਾਂ ਕਿ ਜੋ ਅਸੀਂ ਕਰ ਰਹੇ ਹਾਂ ਗਰਾਊਂਡ ਪੱਧਰ 'ਤੇ ਉਹਦਾ ਮੇਰੇ ਹਲਕੇ 'ਚ ਤੁਸੀਂ ਨਾਲ ਚੱਲੋ। ਮੈਂ ਗਵਾਹ ਹੀਰੋ ਸਾਈਕਲ ਇੰਡਸਟਰੀ, ਜਿਹੜੀ ਕਿ ਮੈਂ ਕਹਿੰਦੀ ਐਡੀ ਵੱਡੀ ਇੰਡਸਟਰੀ ਅੱਜ ਸਾਡੇ ਹਲਕੇ 'ਚ ਲੱਗੀ ਹੈ, ਔਰ ਉਹ ਜ਼ਮੀਨ ਜਦੋਂ ਦਵਾਈ ਗਈ ਹੈ ਸਰਪੰਚ ਨੂੰ, ਮੇਰਾ ਵੀ ਵਿੱਚ ਭੂਮਿਕਾ ਰਹੀ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਵੀਰ ਜੀ ਬਹੁਤ ਜ਼ਰੂਰੀ ਹੈ, ਸਾਡੇ ਇਲਾਕੇ 'ਚ ਲੋਕ ਉੱਥੇ ਜਾਣ ਲੱਗ ਗਏ ਕੰਮ ਕਰਨ ਲਈ, ਇੰਡਸਟਰੀ ਸ਼ੁਰੂ ਹੋ ਚੁੱਕੀ ਹੈ। ਔਰ ਜਿਹੜੀ ਰੋਡ ਰਾਮਗੜ੍ਹ ਤੋਂ ਤੁਸੀਂ ਜਾਓਗੇ, ਜਦੋਂ ਇੱਧਰ ਧਨਾਰਸੂ ਵੱਲ ਨੂੰ ਆਓਗੇ, ਉਹ ਰੋਡ ਦਾ ਤੁਸੀਂ ਪਹਿਲਾਂ ਜਾ ਕੇ ਉੱਤੇ ਪੈਰ ਧਰ ਕੇ ਦੇਖੋਗੇ, ਉਹ ਐਸੀ ਰੋਡ ਹੈ ਜਿਹੜੀ ਅਮਰੀਕਾ 'ਚ ਬਣੀ ਹੋਈ ਹੈ, ਪਰ ਉਹਨੂੰ ਕਿਸੇ ਨੇ ਦਿਖਾਇਆ ਹੀ ਨਹੀਂ। ਕੋਈ ਦੇਖ ਹੀ ਨਹੀਂ ਰਿਹਾ ਕਿ ਇਹ ਵੀ ਸਾਡੀ ਪੰਜਾਬ 'ਚ ਇੱਕ ਇੰਡਸਟਰੀ ਬਣੀ ਹੈ ਤੇ ਉਹਦਾ ਕੀ, ਉਹਦਾ ਮਤਲਬ ਕਿੱਦਾਂ ਦਾ ਚਿਹਰਾ ਮੁਰ ਹੈ, ਕਿਸੇ ਨੇ ਦਿਖਾਇਆ। ਔਰ 160 ਪਿੰਡਾਂ 'ਚ ਹਰ ਇੱਕ ਪਿੰਡ 'ਚ 50-60 ਲੱਖ ਰੁਪਏ ਅੱਜ ਸਰਪੰਚਾਂ ਦੇ ਖਾਤਿਆਂ 'ਚ ਪਿਆ। ਪਿੱਛੋਂ ਪੁਰਾਣੀ ਗਵਰਨਮੈਂਟ ਅਕਾਲੀਆਂ ਦੇ ਇਹਨਾਂ ਦੀਆਂ ਤਾਂ ਕਾਪੀਆਂ ਸਰਪੰਚਾਂ ਦੀਆਂ ਲੀਡਰਾਂ ਦੇ ਘਰੇ ਪਈਆਂ ਹੁੰਦੀਆਂ ਸੀ। ਅੱਜ ਸਾਰੇ ਸਰਪੰਚ ਪੂਰੇ ਪੰਜਾਬ 'ਚ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ। ਦੇਖੋ ਜਾ ਕੇ ਪਿੰਡਾਂ 'ਚ ਜਿੱਥੇ 40-40 ਸਾਲ ਤੋਂ ਸੜਕਾਂ ਨਹੀਂ ਜਾਂ ਗਲੀਆਂ ਨਾਲੀਆਂ, ਹੁਣ ਅਗਲਾ ਕਹਿੰਦਾ ਗਲੀਆਂ ਨਾਲੀਆਂ ਦੀ ਗੱਲਾਂ ਕਰੀ ਜਾਂਦੇ ਆ। ਮੈਂ ਕਹਿੰਦੀ ਹਾਂ ਕੰਮ ਤਾਂ ਸਰਪੰਚਾਂ ਨੇ ਕਰਾਉਣਾ, ਪਿੰਡ 'ਚ ਜੋ ਹੋਣਾ ਅਸੀਂ ਤਾਂ ਪੈਸੇ ਦੇਣੇ ਆ ਗਵਰਨਮੈਂਟ ਨੂੰ। ਗਵਰਨਮੈਂਟ ਨੇ ਤਾਂ 50-60 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਆ ਗਿਆ, ਹੁਣ ਪਿੰਡ ਨੇ ਦੇਖਣਾ। ਬਹੁਤ ਸੜਕਾਂ ਨੇ ਨਵੇਂ ਲੋਕ ਘਰ ਪਾਈ ਜਾਂਦੇ ਆ, ਉਹਨਾਂ ਨੇ ਵੀ ਸੜਕਾਂ ਬਣਾਉਣੀਆਂ, ਉਹਨਾਂ ਦੀ ਵੀ ਸੀਵਰੇਜ ਕਰਨਾ ਹੈ। ਹਾਂਜੀ, ਔਰ ਸਕੂਲ ਦੇਖੋ ਕਿੰਨੇ ਜਾ ਕੇ ਪਿੰਡਾਂ 'ਚ ਅੱਛੇ ਬਣੇ ਆ। ਮੈਂ ਤੁਹਾਨੂੰ ਆਪਣੀਆਂ
ਕੀਤੀਆਂ ਔਰ ਆਪਣੀਆਂ ਹੱਥੀਂ ਜਿਹੜੇ ਕੰਮ ਕਰਾਏ ਆ ਉਹਨਾਂ ਦੀ ਗੱਲ ਕਰ ਰਹੀ ਹਾਂ ਜੀ। ਇਹ ਆਪਾਂ ਇੱਕ ਹਲਕੇ ਦੀ ਗੱਲ ਕਰ ਰਹੇ ਹਾਂ, ਪਰ ਜੇ ਓਵਰਆਲ ਪੰਜਾਬ ਦੀ ਗੱਲ ਸਾਰੇ ਕਰੀਏ, ਪੰਜਾਬ ਦੇ ਪਿੰਡਾਂ 'ਚ ਤੁਸੀਂ ਜਾ ਕੇ ਦੇਖੋ, ਹਰ ਕੋਈ ਮੰਨਦਾ ਹੈ, ਚਾਹੇ ਪਰ ਅੱਜ ਤੁਸੀਂ ਇਹ ਨਹੀਂ ਮੰਨਦੇ ਕਿ ਚੁਣੌਤੀ ਬਹੁਤ ਵੱਡੀ ਹੈ। ਆਏ ਦਿਨ ਬੇਰੋਜ਼ਗਾਰ ਜਿਹੜੇ ਨੇ ਉਹ ਕਦੀ ਮੋਤੀ ਮਹਿਲ ਵੱਲ ਨੂੰ ਜਾਂਦੇ ਨੇ, ਆਏ ਦਿਨ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਕਿਉਂਕਿ ਜਦੋਂ ਕਾਂਗਰਸ ਆਈ ਹੈ ਹਰਮਨ, ਜੀ। ਉਜੜਿਆ ਪੰਜਾਬ ਸਾਨੂੰ ਮਿਲਿਆ, ਸਾਡੀ ਐਜੂਕੇਸ਼ਨ ਉਜੜ ਗਈ, ਸਾਡੇ ਪ੍ਰਾਪਰਟੀ ਆ ਸਾਰਾ ਕੁਝ, ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਸਾਰੀਆਂ ਲੋਕ ਦੱਬੀ ਬੈਠੇ ਹੈ, ਹੈ ਜੀ, ਉਹ ਵੀ ਸਾਡਾ ਉਜਾੜਾ ਹੋ ਰਿਹਾ। ਮੈਡੀਕਲ ਸਾਡਾ ਉਜੜਿਆ ਪਿਆ ਸੀਗਾ। ਮੇਰੇ ਕੋਲ ਕੋਈ ਬੰਦੇ ਆਏ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ, ਉਹ ਕਹਿੰਦੇ ਭੈਣ ਜੀ ਸਾਡਾ ਕਾਲਜ ਹੈ ਜੀ ਇੱਦਾਂ ਉਹ ਬੰਦ ਹੋ ਗਿਆ। ਮੈਂ ਕਿਹਾ, ਕਹਿੰਦਾ ਸਾਨੂੰ ਚਲਾਉਣ 'ਚ ਮਦਦ ਕਰੋ। ਮੈਂ ਕਿਹਾ ਬੀਬੀ ਨੇ ਪਲੀਜ਼ ਮੈਨੂੰ ਸਹੀ ਗੱਲ ਦੱਸੀ ਵੀ ਬੰਦ ਕਿਉਂ ਹੋਇਆ। ਤਾਂ ਉਹ ਹੁਣ ਚਲੋ ਮੇਰਾ ਥੋੜੇ ਨੇੜੇ ਸੀ ਮੈਂ ਹੁਣ ਕੈਮਰਾ, ਮੇਰੀ ਮਜਬੂਰੀ ਹੈ ਕਿ ਮੈਨੂੰ ਦੱਸਣਾ ਚਾਹੀਦਾ। ਉਸ ਕਾਲਜ ਤਾਂ ਬੰਦ ਹੋਇਆ ਕਿਉਂਕਿ ਉਹ ਸਿਰਫ ਫੀਸਾਂ ਲੈਂਦੇ ਸੀਗੇ ਤੇ ਸਟੂਡੈਂਟ ਕੋਈ ਹਾਜ਼ਰੀ ਨਹੀਂ ਸੀ ਭਰਦੇ ਉੱਥੇ। ਅੱਛਾ ਜੀ। ਸਿਰਫ ਉਹਨੂੰ ਸਰਟੀਫਿਕੇਟ ਦਿੰਦੇ ਸੀਗੇ, ਡਿਗਰੀ ਦਿੰਦੇ ਸੀਗੇ ਜੀ। ਇਹ ਹਾਲ ਸੀਗਾ ਸਾਡੀ ਐਜੂਕੇਸ਼ਨ ਦਾ ਅਕਾਲੀਆਂ ਨੇ। ਮੈਂ ਕਹਿੰਦੀ ਹਾਂ ਮੈਨੂੰ ਤਾਂ ਪਤਾ ਹੀ ਨਹੀਂ, ਇਹੀ ਲੱਗਦਾ ਸੀ ਕਿ ਹਰ ਬੰਦਾ ਡਿਗਰੀ ਲੈ ਲੈਂਦਾ, ਸਿਫਾਰਸ਼ਾਂ ਚੱਲ ਰਹੀਆਂ, ਐਜੂਕੇਸ਼ਨ ਕਿੱਥੇ ਸਾਡੀ ਚਲੀ ਗਈ। ਪਰ ਕਾਂਗਰਸ ਦੇ ਨਾਲ ਤਾਂ ਇਹ ਵੀ ਗੱਲ ਜੁੜ ਗਈ ਨਾ ਕਿ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੰਦੇ ਨੇ ਬਿਨਾਂ ਡਿਗਰੀਆਂ ਚੈੱਕ ਕੀਤੇ, ਪਰ ਡਿਗਰੀਆਂ ਵਾਲੇ ਅੱਜ ਟੈਂਕੀਆਂ ਦੇ ਉੱਪਰ ਬੈਠੇ ਨੇ। ਚਾਹੇ ਆਪਾਂ ਉਹ ਸੁਰਿੰਦਰਪਾਲ ਦੀ ਗੱਲ ਕਰ ਲਈਏ ਜਿਹਦੀ ਚਮੜੀ ਵੀ ਉਧੜਨੀ ਸ਼ੁਰੂ ਹੋ ਗਈ ਸੀ ਇਸ ਗਰਮੀ ਦਾ ਕਰਕੇ, ਜਿਹਨੇ ਵਿੱਚ ਭੁੱਖ ਹੜਤਾਲ ਵੀ ਕੀਤੀ ਸੀ, ਜਿਹੜਾ ਆਪਣਾ ਕਸੂਰ ਪੁੱਛਦਾ ਰਿਹਾ ਕਿ ਮੈਨੂੰ ਤਾਂ ਇੱਥੋਂ ਮੋਤੀ ਮਹਿਲ ਨਜ਼ਰ ਆਉਂਦਾ ਪਰ ਮੋਤੀ ਮਹਿਲ ਵਾਲਿਆਂ ਨੂੰ ਸ਼ਾਇਦ ਮੈਂ ਨਹੀਂ ਨਜ਼ਰ ਆ ਰਿਹਾ, ਉਹਨੂੰ ਨੌਕਰੀ ਨਹੀਂ ਮਿਲੀ। ਸੋ ਸਮੱਸਿਆਵਾਂ ਤਾਂ ਇਹ ਵੀ ਖੜੀਆਂ ਸੀ ਨਾ ਮੋਰੇ। ਹਾਂ, ਮੈਂ ਮੰਨਦੀ ਹਾਂ ਜੀ ਕਮੀਆਂ ਵੀ ਬਹੁਤ ਨੇ, ਬਹੁਤ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਮੈਂ ਪਰਸਨਲੀ ਚਾਹੁੰਦੀ ਹਾਂ ਕਿ ਹਰ ਬੰਦੇ ਦਾ ਉਹਨੂੰ ਹੱਕ ਮਿਲੇ, ਹਰ ਬੰਦਾ ਜਿਹੜਾ ਬੰਦੇ ਦਾ ਰੁਜ਼ਗਾਰ ਹੈ ਉਹਨੂੰ ਰੁਜ਼ਗਾਰ ਮਿਲੇ। ਪਰ ਗਵਰਨਮੈਂਟ ਜਦੋਂ ਵਿੱਚ ਬੈਠ ਕੇ ਬੰਦਾ ਦੇਖੋ, ਪਹਿਲੀ ਗੱਲ ਵਿੱਚ ਹੀ ਕਰੋਨਾ ਵਿੱਚ ਹੀ ਮੋਦੀ ਸਰਕਾਰ ਉੱਪਰ ਬੈਠੀ ਹੈ, ਸਾਡੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਲੈਵਲ ਤੇ ਨੇ, ਪੰਜਾਬ ਦਾ ਫਾਈਨਾਂਸ ਬਹੁਤ ਜ਼ਿਆਦਾ ਖਤਰੇ 'ਚ ਹੈ, ਉੱਪਰੋਂ ਸਾਡੇ ਕਰਜ਼ਾ ਹੈ, ਸਾਡੇ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ। ਇਹ ਦਿਸ ਇਜ਼ ਦਾ ਰਿਐਲਿਟੀ ਆਫ ਪੰਜਾਬ। ਇਹ ਤਨਖਾਹਾਂ ਦੇਣ ਨੂੰ ਤਾਂ ਪੈਸੇ ਨਹੀਂ ਹੈਗੇ, ਪਰ ਪੰਜਾਬ ਦੇ ਲੋਕ ਤਾਂ ਹਰ ਚੀਜ਼ ਮਹਿੰਗੀ ਖਰੀਦ ਰਹੇ ਆ। ਤੁਸੀਂ ਦੇਖੋ ਕਹਿੰਦੇ ਸੀਗੇ ਕਿ ਬਿਜਲੀ ਸਸਤੀ ਕਰ ਦਿਆਂਗੇ, ਪੁਰਾਣੇ ਕੰਟਰੈਕਟ ਰੱਦ ਕਰ ਦਿਆਂਗੇ, ਹੁਣ ਤੱਕ 12-13 ਵਾਰ ਬਿਜਲੀ ਦਾ ਭਾਅ ਵਧ ਗਿਆ। ਬਿਲਕੁਲ ਠੀਕ। ਤੇ ਫਿਰ ਹੱਲ ਕੀ ਆ? ਹੱਲ ਮੈਂ ਤਾਂ ਇਹੀ ਸਮਝਦੀ ਹਾਂ ਕਿ ਹੱਲ ਬੈਠ ਕੇ ਕਰਨੇ ਚਾਹੀਦੇ ਆ। ਜਿਹੜੀਆਂ ਗੱਲਾਂ ਆਪਾਂ ਇੱਕ ਦੂਸਰੇ ਤੇ ਸੁੱਟੀ ਜਾਂਦੇ ਆ, ਇਹ ਮਸਲੇ ਬਹੁਤ ਵੱਡੇ ਬਣ ਚੁੱਕੇ ਆ ਪੰਜਾਬ ਦੇ। ਗੱਲ ਤਾਂ ਇਹੀ ਹੈ ਵੀ ਹੁਣ ਜੇ ਪਹਿਲਾਂ ਉਹਨਾਂ ਨੇ ਕਿਉਂ ਇਹ ਬਿਜਲੀ ਦੇ ਜਿਹੜੇ ਸਮਝੌਤੇ ਅਕਾਲੀ ਸਰਕਾਰ ਵੇਲੇ ਹੋਏ, ਕਿਉਂ ਹੋਏ, ਉਹਨਾਂ ਦੀ ਕੀ ਲੋੜ ਸੀ? ਉਸ ਤੋਂ ਪਹਿਲਾਂ ਵੀ ਤਾਂ ਚੱਲ ਰਿਹਾ ਸੀ ਪੰਜਾਬ, ਅਸੀਂ ਆਪਣਾ ਉਤਪਾਦਨ ਵਧਾਉਂਦੇ, ਅਸੀਂ ਕਿਉਂ ਕੰਪਨੀਆਂ ਪ੍ਰਾਈਵੇਟ ਇੱਥੇ ਵਾੜੀਆਂ? ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸੈਂਟਰ ਸਰਕਾਰ ਹੈ ਪਹਿਲਾਂ ਤੋਂ, ਜਿਹਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਕਿ ਉਹ ਸੈਂਟਰ ਕੰਟਰੋਲ ਕਰਨ ਨੂੰ ਫਿਰਦਾ ਹਰ ਚੀਜ਼। ਹਰ ਸਾਡਾ ਕੋਈ ਵੀ ਡਿਪਾਰਟਮੈਂਟ ਹੈ, ਸੈਂਟਰ ਨੇ ਉਹਨੂੰ ਕੰਟਰੋਲ ਕਰਨਾ ਚਾਹਿਆ ਜੀ, ਹੈ ਜੀ। ਉਹਦੇ 'ਚ ਗਲਤੀ ਮੈਂ ਅਕਾਲੀ ਸਰਕਾਰ ਦੀ ਮੰਨਦੀ ਹਾਂ, ਕਿਉਂਕਿ ਉਦੋਂ ਹੀ ਵਿਰੋਧ ਹੋਣਾ ਚਾਹੀਦਾ ਸੀ ਜਦੋਂ ਉੱਥੋਂ ਕੋਈ ਨਾ ਕੋਈ ਵਾਰ ਆਉਂਦਾ ਸੀ ਜੀ। ਇਹ ਇੱਥੇ ਲੋਕਾਂ ਨੂੰ ਗੁੰਮਰਾਹ ਕਰੀ ਗਏ। ਇਹ ਪਹਿਲੀ ਵਾਰ ਹੀ ਤੁਸੀਂ ਅਪੋਜ਼ ਕਰੋ। ਜੇ ਅੱਜ ਯੂਨੀਵਰਸਿਟੀ ਦੀ ਗੱਲ ਹੈ, ਸਾਨੂੰ ਅਪੋਜ਼ ਕਰਨਾ ਚਾਹੀਦਾ। ਅੱਜ ਕਿਸਾਨ ਅਸੀਂ ਅਪੋਜ਼ ਕਰ ਰਹੇ ਹਾਂ ਤੇ ਇਹਨਾਂ ਦੀਆਂ ਗਲਤੀਆਂ ਹੀ ਨੇ ਕਿ ਇਹ ਨਿੱਜੀ ਹਿੱਤਾਂ ਲਈ ਇਹਨਾਂ ਨੇ ਉਦੋਂ ਅਪੋਜ਼ ਨਹੀਂ ਕੀਤਾ। ਇਹ ਸੈਂਟਰ ਨੇ ਸਾਰਾ ਕੁਝ ਸਾਡਾ ਕੰਟਰੋਲ ਕਰਨਾ ਚਾਹਿਆ ਜੀ। ਅੱਜ ਅਸੀਂ ਜਾਗੇ ਹਾਂ, ਅੱਜ ਸਾਨੂੰ ਸਮਝ ਆਉਣ ਲੱਗ ਗਈ ਕਿ ਸਾਡਾ ਸਾਰਾ ਕੁਝ ਕੰਟਰੋਲ ਹੋ ਰਿਹਾ ਸੈਂਟਰ। ਅੱਜ ਖੇਤੀ ਵੀ ਕੰਟਰੋਲ ਕਰਨ ਨੂੰ ਪੈ ਰਿਹਾ ਸੈਂਟਰ। ਪਰ ਇਹ ਸਾਜ਼ਿਸ਼ਾਂ ਤਾਂ 20 ਸਾਲ ਤੋਂ ਚੱਲ ਰਹੀਆਂ ਹੋਣੀਆਂ, 50 ਸਾਲ ਤੋਂ ਚੱਲ ਰਹੀਆਂ ਹੋਣੀਆਂ, ਜਿਹਦੇ ਵੱਲ ਅਸੀਂ ਪੰਜਾਬੀਆਂ ਨੇ ਕਦੇ ਧਿਆਨ ਨਹੀਂ ਦਿੱਤਾ। ਮੈਂ ਇਸ ਗੱਲ ਨੂੰ ਸਮਝਦੀ ਹਾਂ। ਪਰ ਕੋਈ ਵੀ ਅਦਾਰਾ ਹੁਣ ਚਲਾਉਣਾ, ਹੁਣ ਦੀ ਪੋਜੀਸ਼ਨ ਕੀ ਹੈ, ਹੈ ਜੀ। ਹੁਣ ਆਪਾਂ ਇੱਕ ਦੂਜੇ ਨੂੰ ਬਲੇਮ ਕਰਕੇ ਵੀ ਉਹਨੇ ਨਹੀਂ ਕੀਤਾ, ਇਹਨੇ ਨਹੀਂ ਕੀਤਾ, ਇਸ ਤਰ੍ਹਾਂ ਕੰਮ ਨਹੀਂ ਚੱਲ ਸਕਦਾ ਜੀ। ਮੈਂ ਇਹ ਸਮਝਦੀ ਹਾਂ ਹਰ ਬੰਦੇ ਦਾ ਜੋ ਬੈਸਟ ਪਾਰਟ ਹੈ, ਚਾਹੇ ਉਹ ਕੋਈ ਵੀ ਹੈ, ਕਿਸੇ ਵੀ ਪਾਰਟੀ ਦਾ, ਮੈਂ ਕਹਿੰਦੀ ਹਾਂ ਜਿਹੜਾ ਉਹ ਬੈਸਟ ਹੈ, ਜਿਵੇਂ ਬੈਸਟ ਕੋਈ ਡਾਕਟਰ ਹੈ, ਬੈਸਟ ਕੋਈ, ਉਹਨਾਂ ਨੂੰ ਇਕੱਠੇ ਹੋ ਕੇ ਇਹ 'ਤੇ ਸਲਾਹਾਂ ਕਰਨੀਆਂ ਚਾਹੀਦੀਆਂ ਕਿ ਅਸੀਂ ਆਪਣੀ ਪੰਜਾਬੀਅਤ ਨੂੰ, ਆਪਣੇ ਅਦਾਰਿਆਂ ਨੂੰ ਕਿਵੇਂ ਬਚਾਉਣਾ ਹੈ ਜੀ। ਕਿਉਂਕਿ ਅਸੀਂ ਬਚਾ ਸਕਦੇ ਹਾਂ। ਅੱਜ ਵੀ ਹਰ ਚੀਜ਼ ਦਾ ਹੱਲ ਹੁੰਦਾ ਹੈ, ਪਰ ਇਹ ਨਹੀਂ ਹੁੰਦਾ ਕਿ ਆਪਾਂ ਮੁੱਦੇ ਤੇ ਆ ਜੀ ਮੁੱਦੇ ਨੂੰ ਗੁੰਮਰਾਹ ਨਾ ਕਰੀਏ, ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ, ਔਰ ਲੀਡਰ ਵੀ ਗੁੰਮਰਾਹ ਨਾ ਕਰਨ। ਮੈਂ ਸਾਰੇ ਲੀਡਰਸ ਨੂੰ ਕਹਿਣਾ, ਸਾਰੇ ਕੋਈ ਵੀ ਹੈ, ਮੈਂ ਚਾਹੁੰਦੀ ਹਾਂ ਜਿਹੜਾ ਇਨਸਾਨੀਅਤ ਦੀ ਗੱਲ ਨਹੀਂ ਕਰਦਾ, ਜਿਹਨੂੰ ਵੀ ਮੌਕਾ ਮਿਲਿਆ, ਜਿਹੜਾ ਪੰਜਾਬ ਦੇ ਨਾਲ ਗੱਲ ਨਹੀਂ ਕਰਦਾ, ਮੇਰਾ ਤਾਂ ਉਹੀ ਭੈਣ ਭਰਾ ਹੈ ਜਿਹੜਾ ਪੰਜਾਬੀਅਤ ਨੂੰ ਪਿਆਰ ਕਰਦਾ। ਪਰ ਸਵਾਲ ਨਾ ਇੱਕ ਬੜਾ ਮਹੱਤਵਪੂਰਨ ਆ। ਆਜ਼ਾਦੀ ਤੋਂ ਬਾਅਦ ਹੁਣ ਤੱਕ ਬਹੁਤ ਵਾਰ ਕਾਂਗਰਸ ਦੀ ਸਰਕਾਰ ਵੀ ਆਈ, ਅਕਾਲੀ ਦਲ ਦੀ ਵੀ ਆਈ, ਮਸਲੇ ਓਡੇ ਦੇ ਓਡੇ, ਆਖੇ ਜੀ ਗਲੀਆਂ ਨਹੀਂ ਬਣਾ ਦਿਆਂਗੇ, ਨਾਲੀਆਂ ਦਾ ਮਸਲਾ ਹੱਲ ਕਰ ਦਿਆਂਗੇ, ਲਾਈਟਾਂ ਲਾ ਦਿਆਂਗੇ। ਕੀ ਇਹੀ ਵਿਕਾਸ ਰਹਿ ਗਿਆ? ਇਹ ਆਪਣੀ ਉਹੀ ਗੱਲ ਹੈ ਕਿ ਬੈਡ ਲੱਕ ਹੈ
ਕਿ ਜਿਹੜੇ ਵੀ ਲੋਕ ਆਪਣੇ ਮਤਲਬ ਕੰਮ ਨੂੰ ਸਹੀ ਤਰੀਕੇ ਨਾਲ ਨਾ ਕਰਨਾ। ਅੱਜ ਬਹੁਤ ਅਫਸਰਸ਼ਾਹੀ ਐਸੀ ਹੈ, ਮੈਂ ਖੁਦ ਇਹ ਮੰਨਦੀ ਹਾਂ ਕਿ ਜਿਹੜਾ ਪਤਾ ਹੀ ਨਹੀਂ ਲੱਗਦਾ ਹੈਗਾ, ਦੱਸਣਾ ਹੋਰ ਕਰਨਾ ਹੋਰ, ਬਹੁਤ ਔਖਾ ਹੈ। ਜਦੋਂ ਅਸੀਂ ਨਿੱਜੀ ਕਈ ਵਾਰੀ ਜਿਹੜੇ ਵੀ ਲੀਡਰ ਨੇ ਨਿੱਜੀ ਸਾਂਝਾਂ ਪਾ ਲੈਂਦੇ ਆ, ਫਿਰ ਅਫਸਰ ਵੀ ਜਾਂ ਜਿਹੜੇ ਅਗਲੇ ਕੋਈ ਬੰਦੇ ਹੁੰਦੇ ਆ, ਸਾਰੇ ਨਹੀਂ, ਕੁਝ ਲੋਕ ਐਸੇ ਹੁੰਦੇ ਆ ਜਿਹੜੇ ਕਿ ਉਹਦਾ ਫਾਇਦਾ ਉਠਾਉਣ ਲੱਗ ਜਾਂਦੇ ਹੈ ਜੀ। ਔਰ ਮੈਨੂੰ ਕਈ ਵਾਰ ਕਈ ਲੀਡਰ ਤਾਂ ਲੱਗਦੇ ਆ ਉਹਨਾਂ ਨੂੰ ਬਲੀ ਦਾ ਬੱਕਰਾ ਵੀ ਬਣਾਇਆ ਦਿੱਤਾ ਜਾਂਦਾ ਹੈਗਾ। ਕੰਮ ਕੋਈ ਹੋਰ ਕਰ ਰਹੀਆਂ ਹੁੰਦੀਆਂ ਪਿੱਛੇ ਤਾਕਤਾਂ, ਤੇ ਉਹਨਾਂ ਨੂੰ ਯੂਜ਼ ਕਰਕੇ ਤੇ ਕੁਝ ਹੋਰ ਪੋਜੀਸ਼ਨ ਕ੍ਰੀਏਟ ਕੀਤੀ ਜਾਂਦੀ ਹੈ। ਸੋ ਬੜਾ ਕੁਛ ਹੈ ਜੀ, ਪਰ ਫਿਰ ਵੀ ਇਕੱਠੇ ਹੋ ਕੇ ਹੱਲ ਲੱਭਣ ਦੀ ਲੋੜ ਹੈ। ਜੇ ਆਪਾਂ, ਕਿਉਂਕਿ ਬਾਹਰਲੀ ਤਾਕਤਾਂ ਹੀ ਇਹ ਚਾਹੁੰਦੀਆਂ ਨੇ ਕਿ ਅਸੀਂ ਆਪਸ 'ਚ ਉਲਝੀਏ। ਸਾਡਾ ਇੱਕ ਸੁਭਾਅ ਹੈ ਪੰਜਾਬੀ, ਬਹੁਤ ਛੇਤੀ ਤੱਤੇ ਹੋ ਜਾਂਦੇ ਆ। ਮੈਂ ਵੀ ਜਦੋਂ ਯੰਗ ਸੀ ਮੈਨੂੰ ਲੱਗਦਾ ਮੈਂ ਬਹੁਤ ਜਲਦੀ ਮੈਨੂੰ ਗੁੱਸਾ ਆਉਂਦਾ ਸੀਗਾ, ਬਟ ਗੱਲ ਗੁੱਸੇ 'ਚ ਕਿਸੇ ਹੋਰ ਪਾਸੇ ਚਲੀ ਜਾਂਦੀ ਹੈ। ਗੱਲ ਤਾਂ ਹੱਲ ਲੱਭਣ ਦੀ ਹੈ। ਸਾਨੂੰ ਹੱਲ ਲੱਭਣ ਦੀ ਲੋੜ ਹੈ। ਅੱਜ ਵੀ ਪੰਜਾਬ ਦਾ ਤਾਂ ਕੋਈ ਬਦਲ ਹੀ ਨਹੀਂ ਹੈ। ਅੱਜ ਵੀ ਅਸੀਂ ਆਪਣੇ ਇੱਕ ਜਿਹੜਾ ਹੁਣ ਸੈਂਟਰ ਜਿਹੜਾ ਵਿੱਚ ਵੜ ਰਿਹਾ ਹੈ ਸਾਡੀ ਸਟੇਟ ਦੇ, ਉਹ ਜੇ ਅਸੀਂ ਇੱਥੇ ਇਕੱਠੇ ਹੋਵਾਂਗੇ, ਤਾਕਤ ਨਾਲ ਲੜਾਂਗੇ, ਤਾਂ ਹੀ ਉਹਨੂੰ ਅਸੀਂ ਰੋਕਾਂਗੇ। ਸਭ ਤੋਂ ਪਹਿਲਾਂ ਤਾਂ ਉਹਨੂੰ ਰੋਕਣਾ ਹੈ, ਫਿਰ ਅਸੀਂ ਆਪਣੇ ਮੁੱਦੇ ਹੈ ਇਨਸਾਈਡ ਸਾਡੇ ਕੋਲ ਇੰਨਾ ਕੁਛ ਹੈ ਕਿ ਅਸੀਂ ਆਪਣੀ ਸੋਰਸਿਸ ਨੂੰ ਇੰਨਾ ਵਧਾਈਏ, ਚਾਹੇ ਸਾਡੀ ਬਿਜਲੀ ਹੈ, ਚਾਹੇ ਸਾਡੀ ਖੇਤੀ ਹੈ, ਚਾਹੇ ਸਾਡੇ ਰੁਜ਼ਗਾਰ ਦੇ ਸਾਧਨ ਨੇ, ਤੇ ਪਹਿਲਾਂ ਅਸੀਂ ਆਪਣੇ ਲੋਕਾਂ ਨੂੰ ਦਈਏ। ਮੈਂ ਤਾਂ ਕਹਿੰਦੀ ਹਾਂ ਇੱਕ ਇਹ ਵੀ ਲਾਭ ਹੋਣੇ ਚਾਹੀਦੇ ਵੀ ਜਿਹੜਾ ਇੱਥੇ ਜੰਮਿਆ ਪਲਿਆ, ਪਹਿਲਾਂ ਅਸੀਂ ਉਹਨੂੰ ਤਾਂ ਕੰਮ ਦਈਏ। ਅਸੀਂ ਬਾਹਰੋਂ ਤਾਂ ਬਹੁਤ ਲੋਕ ਬੁਲਾ ਰਹੇ ਹਾਂ, ਬਾਹਰੋਂ ਇੱਧਰੋਂ ਆ ਰਹੇ। ਸੋ ਇਸ ਤਰ੍ਹਾਂ ਦੀਆਂ ਪਾਲਿਸੀਜ਼ ਤੇ ਕੰਮ ਕਰਨ ਦੀ ਲੋੜ ਹੈ, ਬੜੇ ਚਿੰਤਨ ਕਰਨ ਦੀ ਲੋੜ ਹੈ। ਇਹ ਮੈਂ ਸਾਰਿਆਂ ਨੂੰ ਜੋ ਮੇਰਾ ਆਵਾਜ਼ ਹੈ ਜੀ, ਮੈਂ ਸਾਰਿਆਂ ਨੂੰ ਇਹ ਗੱਲਾਂ, ਮੇਰਾ ਤਾਂ ਹਲੇ ਇੱਕ ਪਹਿਲਾ ਸਟੈਪ ਹੈ, ਤੇ ਮੈਂ ਇਹ ਚਾਹੁੰਦੀ ਹਾਂ ਕਿ ਜਿੱਥੇ ਜਿੱਥੇ ਮੇਰੀ ਆਵਾਜ਼ ਜਾਏਗੀ ਤੇ ਮੈਂ ਇਹ ਮੁੱਦਿਆਂ ਨੂੰ ਬੜੇ ਸੰਜੀਦਗੀ ਨਾਲ ਇਹਦਾ ਗੱਲਬਾਤ ਕਰੂੰ ਜੀ। ਆਪਾਂ ਇੱਥੇ ਨਿੱਕਾ ਜਿਹਾ ਇੱਕ ਵਕਫਾ ਲੈ ਲੈਂਦੇ ਹਾਂ, ਬਾਕੀ ਦੀਆਂ ਗੱਲਾਂ ਵਕਫੇ ਤੋਂ ਬਾਅਦ ਜਾਰੀ ਰੱਖਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟੈਣਾ, ਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਸਤਵਿੰਦਰ ਬਿੱਟੀ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਮੈਂ ਮਹਿਸੂਸ ਕਰਦਾ ਵੀ ਜੇ ਤੁਸੀਂ ਵਿਧਾਇਕ ਹੋਵੋ, ਮੈਂਬਰ ਪਾਰਲੀਮੈਂਟ ਹੋਵੋ, ਤਾਂ ਅਸੀਂ ਹੁਣ ਨਾਲੋਂ ਵੀ ਵੱਧ ਤਿੱਖੇ ਸਵਾਲ ਕਰੀਏ। ਬੜੀ ਸਾਫ਼ ਤੇ ਸਪਸ਼ਟ ਗੱਲ ਹੈ, ਕਿਉਂਕਿ ਹਾਲੇ ਤੁਹਾਡੇ ਕੋਲੇ ਉਹ ਅਹੁਦਾ ਨਹੀਂ, ਇਸ ਕਰਕੇ ਸਵਾਲ ਵੀ ਮੈਂ ਤੁਹਾਡੇ ਨਜ਼ਰੀਏ ਦੇ ਬਾਰੇ ਜਾਣਨਾ ਚਾਹੁੰਦਾ। ਪੰਜਾਬ ਵਿਹਲਾ ਹੋਈ ਜਾਂਦਾ, ਪੰਜਾਬ ਦੇ ਵਿੱਚੋਂ ਅਰਬਾਂ ਰੁਪਈਆ ਹਰ ਸਾਲ ਵਿਦੇਸ਼ਾਂ ਦੇ ਵਿੱਚ ਜਾਂਦਾ ਡਿਗਰੀਆਂ ਦੇ ਨਾਂ ਤੇ, ਮਜਬੂਰੀ 'ਚ ਜਾਂਦੇ ਨੌਜਵਾਨ, ਇੱਥੇ ਮਿਲਦਾ ਕੁਝ ਨਹੀਂ। PhD ਕਰਕੇ 15,000 ਰੁਪਏ ਦੀ ਨੌਕਰੀ ਨਹੀਂ ਮਿਲਦੀ, ਬੰਦਾ ਕੀ ਕਰੂਗਾ? 35 ਸਾਲ ਉਮਰ ਹੋ ਜਾਂਦੀ, ਉਦੋਂ ਤੱਕ ਇਹ ਪੜ੍ਹਾਈ ਕਰਦੇ ਆ। ਫਿਰ ਬੰਦਾ ਮਜਬੂਰੀ 'ਚ ਜਾ ਰਿਹਾ, ਮਾਪੇ ਜ਼ਮੀਨਾਂ ਵੇਚ ਰਹੇ ਆ। ਪੰਜਾਬ ਬਚੂਗਾ ਕਿਵੇਂ? ਪੰਜਾਬ ਦੇ ਪਾਣੀ ਦਾ ਮਸਲਾ ਹੱਲ ਨਹੀਂਗਾ, ਫਸਲਾਂ ਦਾ ਮਸਲਾ ਹੱਲ ਨਹੀਂਗਾ, ਨਸਲਾਂ ਦਾ ਮਸਲਾ ਹੱਲ ਨਹੀਂਗਾ, ਗਰੀਬ ਦਾ ਮਸਲਾ ਹੱਲ ਨਹੀਂਗਾ, ਬੇਰੁਜ਼ਗਾਰੀ ਵਧੀ ਜਾਂਦੀ ਆ। ਪੰਜਾਬ ਤਾਂ ਖੋਖਲਾ ਹੋ ਗਿਆ, ਰੰਗਲਾ ਪੰਜਾਬ ਨੰਗਲਾ ਤੇ ਕੰਗਲਾ ਹੋ ਗਿਆ। ਬਿਲਕੁਲ ਤੁਸੀਂ ਠੀਕ ਗੱਲਾਂ ਕੀਤੀਆਂ ਨੇ, ਕਿਉਂਕਿ ਮੈਂ ਇਹ ਸਮਝਦੀ ਹਾਂ ਕਿ ਜਦੋਂ ਵੀ ਉਹੀ ਵੋਟਾਂ ਪਾਉਂਦੇ ਆ, ਵੋਟਾਂ ਆਉਂਦੀਆਂ ਨੇ ਤੇ ਆਪਾਂ ਉਹਨੂੰ ਵਿਆਹ ਵਾਂਗੂ ਲੈਂਦੇ ਆ, ਹੈ ਜੀ। ਕੋਈ ਕੁਛ ਡਿਮਾਂਡ ਕਰ ਰਿਹਾ, ਅੱਜ ਮੰਨ ਲਓ ਕੋਈ ਵੀ ਹਲਕਾ ਹੈ, ਉੱਥੇ ਤੁਹਾਡੇ ਵਰਗੇ ਕੁਛ ਲੋਕ ਹੋਣਗੇ, ਕੁਛ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਬਸ ਹੁਣ ਮੈਨੂੰ ਫਾਇਦਾ ਲੈਣ ਦਾ ਟਾਈਮ ਆ ਗਿਆ। ਤੇ ਮੈਂ ਕਹਿੰਦੀ ਹਾਂ ਜਿਹੜਾ ਬੰਦਾ ਕੰਮ ਕਰਨ ਦੇ ਯੋਗ ਹੈ ਉਹਨੂੰ ਹੀ ਅੱਗੇ ਲਿਆਓ। ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਿਹਨੂੰ ਤੁਸੀਂ ਅੱਗੇ ਵੋਟ ਪਾਉਣ ਜਾ ਰਹੇ ਹੋ ਕੀ ਉਹ ਤੁਹਾਡੇ ਕੰਮ ਕਰਾਊਗਾ? ਕਿਸੇ ਦੇ ਕਹਿਣ ਤੇ ਵੋਟ ਪਾਣੇ ਬਹੁਤ ਭਾਈਚਾਰੇ। ਅੱਜ ਮੈਂ ਬਾਜੀਗਰ ਭਾਈਚਾਰੇ 'ਚ ਇੱਕ ਜਾ ਕੇ ਆਈ ਹਾਂ ਭੋਗ ਤੇ, ਹੈ ਜੀ। ਉਹ ਮੈਨੂੰ ਇੱਕ ਬੰਦਾ ਮਿਲਿਆ ਬਾਹਰ ਨਿਕਲਦੇ ਹੋਏ, ਕਹਿੰਦੇ ਭੈਣ ਜੀ ਆਪਣਾ ਸਾਡਾ ਨਾ ਜੀ ਅਸੀਂ ਦੇਖੋ ਇਕੱਠੇ ਹੁੰਦੇ ਹਾਂ, ਸਾਡੇ ਕੋਈ ਬੰਦੇ ਹੁੰਦੇ ਆ, ਉਹ ਅਸੀਂ ਜਿੱਧਰ ਨੂੰ ਕਹਿੰਦੇ ਆ ਅਸੀਂ ਉੱਧਰ ਹੋ ਜਾਂਦੇ। ਉਹ ਹੁਣ ਹਜ਼ਾਰਾਂ ਲੱਖਾਂ ਲੋਕ ਨੇ ਜੀ, ਉਹਨਾਂ ਨੇ ਆਪਣੇ ਦਿਮਾਗ ਨਾਲ ਸੋਚਿਆ ਹੀ ਨਹੀਂ ਕਿ ਅਸੀਂ ਕਿਹਨੂੰ ਵੋਟ ਪਾਣੀ। ਤੇ ਇਸ ਤਰ੍ਹਾਂ ਕਈ ਲੋਕ ਐਸੀਆਂ ਸ਼ਕਤੀਆਂ ਅੱਗੇ ਆ ਜਾਂਦੀਆਂ ਨੇ ਜਿਹੜੀਆਂ ਕਿ ਉਹ ਨਬਜ਼ ਪਛਾਣ ਗਈਆਂ ਵੀ ਮੈਂ ਇੱਦਾਂ ਜਿੱਤਣੀ ਹੈ। ਇਲੈਕਸ਼ਨ ਇੱਕ ਗੇਮ ਬਣ ਗਈ ਹੈ ਕਿ ਮੈਂ ਕਿਵੇਂ ਜਿੱਤਣੀ ਹੈ। ਸੋ ਇਸ ਤਰ੍ਹਾਂ ਦੇ ਲੋਕ ਅੱਗੇ ਆ ਗਏ ਜਿਨ੍ਹਾਂ ਨੇ ਸਾਡੇ ਨੁਕਸਾਨ ਬਹੁਤ ਕੀਤੇ। ਹੁਣ ਸਾਨੂੰ ਹਰ ਬੰਦੇ ਨੂੰ ਜਾਗਣਾ ਪਊਗਾ, ਹਰ ਬੰਦੇ ਨੂੰ ਆਪਣੇ ਮੁਹੱਲਿਆਂ 'ਚ, ਆਪਣੇ ਪਿੰਡਾਂ 'ਚ, ਆਪਣੀ ਗਲੀ 'ਚ ਦੇਖਣਾ ਪਊਗਾ ਵੀ ਭਾਈ ਸਹੀ ਬੰਦਾ ਆਇਆ, ਬੈਠ ਕੇ ਚਿੰਤਨ ਕਰੋ, ਵਿਚਾਰੋ, ਜਿਹੜੇ ਚੰਗੇ ਲੋਕ ਜਿਹੜੇ ਤੁਹਾਨੂੰ ਲੱਗਦੇ ਆ ਇਹ ਬੰਦਾ ਇਹ ਜ਼ਿੰਮੇਵਾਰੀ ਸਾਂਭ ਸਕਦਾ। ਤੁਹਾਡੇ ਕਹਿਣ ਦਾ ਭਾਵ ਪਾਰਟੀ ਨਾਲੋਂ ਵੱਧ ਬੰਦੇ ਦੀ ਪਰਖ ਕਰੋ। ਮੈਂ ਇਹੀ ਕਹਿਣਾ ਚਾਹੂੰਗੀ, ਮੇਰਾ ਪੰਜਾਬ ਹੋ ਤੁਸੀਂ, ਮੈਨੂੰ ਵੀ ਤੁਹਾਡਾ ਦਰਦ ਹੈ। ਮੈਂ ਵੀ ਚਾਹੁੰਦੀ ਹਾਂ ਕਿ ਕੋਈ ਵੀ ਬੱਚਾ ਭੁੱਖਾ ਨਾ ਸੌਵੇ। ਬਹੁਤ ਮੈਨੂੰ ਇਸ ਚੀਜ਼ ਦੀ ਤਕਲੀਫ ਹੁੰਦੀ ਹੈ ਤੇ ਮੈਂ ਇਹ ਸਮਝਦੀ ਹਾਂ ਕਿ ਇਹਦਾ ਹੱਲ ਇਹੀ ਹੈ ਕਿ ਆਪਾਂ ਨੂੰ ਸੋਚਣਾ ਪਊਗਾ, ਆਪਾਂ ਨੂੰ ਬੰਦੇ ਦੀ ਪਰਖ ਕਰਨੀ ਪਊਗੀ। ਬਹੁਤ ਲੋਕ ਆਉਂਦੇ ਨੇ ਜਿਹੜੇ ਕਿ ਸਾਧੂ ਬਣ ਕੇ ਰਾਵਣ ਆਇਆ ਸੀ ਜੀ, ਪਰ ਸੀਗਾ ਰਾਵਣ।
ਆਇਆ ਸਾਧੂ ਬਣ ਕੇ ਸੀ, ਉਹਨੇ ਸੀਤਾ ਜੀ ਨੂੰ ਵੀ ਭੁਲੇਖਾ ਪਾਤਾ। ਠੀਕ ਹੈ ਜੀ, ਐਦਾਂ ਦੇ ਬਹੁਤ ਲੋਕ ਹੁੰਦੇ ਨੇ ਜਿਹੜੇ ਚੰਗੇ ਬਣ ਕੇ ਤੁਹਾਨੂੰ ਲੁੱਟਣ ਲਈ ਆਉਂਦੇ ਨੇ, ਪਰ ਤੁਸੀਂ ਦੇਖਣਾ ਤੁਸੀਂ ਕੀ ਕਰਨਾ। ਅੰਦਰ ਸਭ ਦੇ ਰੱਬ ਹੈ, ਤੁਸੀਂ ਆਪ ਸੋਚੋ, ਸਲਾਹਾਂ ਕਰੋ, ਆਪਣੇ ਬੱਚਿਆਂ ਨਾਲ ਸਲਾਹ ਕਰੋ। ਇਹ ਕੋਈ ਧਿਆਨ ਹੀ ਨਹੀਂ ਦਿੰਦਾ, ਕਹਿੰਦਾ ਵੋਟਾਂ ਪਾ, ਕਈ ਤਾਂ ਕਹਿੰਦੇ ਅਸੀਂ ਪੌੜੀ ਨਹੀਂ ਜਾਣਾ, ਕਈ ਕਹਿ ਦਿੰਦੇ ਆ ਦੇਖਦੇ ਆ ਕਿਹੜਾ, ਸਾਡੇ ਤਾਂ ਕੋਈ ਘਰੇ ਨਹੀਂ ਆਇਆ ਸਾਨੂੰ ਕਹਿਣ, ਤੁਸੀਂ ਸਾਨੂੰ ਕਿਹੜਾ ਕਹਿਣ ਆਏ ਵੀ ਤੁਹਾਨੂੰ ਵੋਟ ਪਾਈਏ ਜੀ। ਅਗਲਾ ਕਹਿੰਦਾ ਜੇ ਬਿੱਟੀ ਇਲੈਕਸ਼ਨ ਲੜ ਰਹੀ ਹੈ ਜਾਂ ਜਿਹੜਾ ਵੀ ਕੈਂਡੀਡੇਟ ਹੈ, ਇਹ ਤਾਂ ਇਹਦੀ ਲੜਾਈ ਹੈ, ਮੈਂ ਕੀ ਲੈਣਾ ਇਹਦੀ ਲੜਾਈ ਤੋਂ, ਮੈਨੂੰ ਸਤਿ ਸ਼੍ਰੀ ਅਕਾਲ ਬੁਲਾਊਗੀ ਤਾਂ ਮੈਂ ਦੇਖੂੰਗਾ। ਅੱਛਾ, ਸੋ ਮਤਲਬ ਹਰ ਲੀਡਰ ਬਾਰੇ ਹਰ ਬੰਦਾ ਆਮ ਐਵੇਂ ਸੋਚਦਾ ਕਿ ਮੈਨੂੰ ਪਰਸਨਲੀ ਬੰਦਾ ਆ ਕੇ ਕਹੇ, ਜਦ ਕਿ ਲੜਾਈ ਤਾਂ ਸਾਂਝੀ ਹੈ, ਲੜਾਈ ਸਭ ਦੀ ਹੈ, ਚੰਗੇ ਤੇ ਮਾੜੇ ਨਾਲ। ਜੀ, ਜੇ ਆਪਾਂ ਸਾਰੇ ਰਲ ਕੇ ਸਲਾਹਾਂ ਕਰਕੇ ਚੱਲਾਂਗੇ ਵੀ ਹਾਂ ਬੰਦਾ ਆ ਠੀਕ ਹੈ, ਇਹਦੀ ਆਪਾਂ ਸਪੋਰਟ ਕਰੋ, ਤਾਂ ਮੇਰੇ ਹਿਸਾਬ ਨਾਲ ਸਾਰੇ ਚੰਗੇ ਹੀ ਆ ਜਾਣਗੇ। ਬਹੁ ਗਿਣਤੀ ਪੰਜਾਬੀਆਂ ਦੀ ਨਜ਼ਰ ਦੇ ਵਿੱਚ ਪੰਜਾਬ ਦੇ ਬਹੁ ਗਿਣਤੀ ਨੇਤਾ ਮਾੜੇ ਹੀ ਆ। ਕੋਈ ਵਿਰਲਾ ਟਾਮਾ ਹੋਊਗਾ ਜਿਹਦੇ ਬਾਰੇ ਧਾਰਨਾ ਹੋਵੇ ਕਿ ਯਾਰ ਇਹਨੇ ਕਈ ਹੋਏ ਵਾਅਦੇ ਪੂਰੇ ਕੀਤੇ ਆ, ਲੋਕਾਂ ਦੇ ਮਸਲੇ ਹੱਲ ਕੀਤੇ ਆ। ਹਾਂਜੀ, ਪਰ ਇੱਕ ਨੇਤਾ ਦੀ ਨਜ਼ਰ ਦੇ ਵਿੱਚ ਤੁਹਾਨੂੰ ਮੈਂ ਨੇਤਾ ਵਾਲੀ ਥਾਂ ਤੇ ਬਿਠਾ ਕੇ ਦੇਖਦਾ ਵੀ ਨੇਤਾ ਦੀ ਨਜ਼ਰ ਦੇ ਵਿੱਚ ਲੋਕ ਕਿਹੋ ਜਿਹੇ ਆ, ਘੁੱਗੂ ਹੀ ਆ ਕਿ ਮਾੜੇ ਮੋਟੇ ਸਿਆਣੇ ਹੋਏ ਆ? ਨਹੀਂ, ਲੋਕ ਬਹੁਤ ਅੱਛੇ ਹੈ, ਸਿਰਫ ਭੋਲੇ ਲੋਕ ਹੈ ਪੰਜਾਬ ਦੇ, ਬਹੁਤ ਦਿਲ ਤੋਂ ਚੱਲਦੇ ਆ, ਜਲਦੀ ਯਕੀਨ ਵੀ ਕਰਦੇ ਆ, ਜੇ ਲੜਦੇ ਆ ਛੇਤੀ ਲੜਾਈ ਭੁੱਲ ਵੀ ਜਾਂਦੇ ਆ। ਪਰ ਉਹਨਾਂ ਨੂੰ ਸੋਚਣਾ ਪਊਗਾ ਜੀ, ਉਹਨਾਂ ਨੂੰ ਇੰਨੀ ਜਲਦੀ ਨਹੀਂ ਕਰਨੀ ਚਾਹੀਦੀ ਕਿ ਇੱਕਦਮ ਤੁਸੀਂ ਕਿਸੇ ਤੇ ਯਕੀਨ ਕਰ ਲਓ। ਬਹੁਤ ਲੋਕ ਆ ਜਾਂਦੇ ਆ ਤੁਹਾਨੂੰ, ਫਿਰ ਫਾਇਦਾ ਉਠਾ ਕੇ ਫਿਰ ਤੁਸੀਂ ਉਹਨੂੰ ਗਾਲਾਂ ਕੱਢੀ ਜਾਂਦੇ। ਸੋ ਮੈਂ ਇਹ ਸਮਝਦੀ ਹਾਂ ਕਿ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਕਿ ਧੀਆਂ ਨੂੰ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਦਿਓ। ਪੰਜਾਬ ਨੀਡ ਮੋਰ ਵੂਮਨ ਰਿਪਰੈਜ਼ੈਂਟੇਟਿਵਸ। ਜੀ, ਇਹ ਮੈਂ ਸਮਝਦੀ ਹਾਂ ਕਿ ਅੱਜ ਸਾਡੀਆਂ ਕੁੜੀਆਂ ਆਫੀਸਰਸ ਨੇ, ਪਾਇਲਟਸ ਨੇ, ਧੀਆਂ ਸਿਆਸਤ ਨਹੀਂ ਕਰਦੀਆਂ, ਧੀਆਂ ਸੇਵਾਵਾਂ ਕਰਦੀਆਂ ਨੇ। ਤਾਂ ਜਿੰਨੀਆਂ ਜ਼ਿਆਦਾ ਲੜਕੀਆਂ ਅੱਛੀਆਂ ਤੁਸੀਂ ਲੈ ਕੇ ਆਓਗੇ, ਜਿੰਨੀਆਂ ਮੈਂ ਇਹ ਨਾ ਸੋਚੂ ਕਿ ਮੈਂ ਆਪਣੇ ਬਾਰੇ, ਮੈਂ ਆਪਣਾ ਤਜਰਬਾ ਤੁਹਾਨੂੰ ਦੱਸ ਰਹੀ ਹਾਂ ਕਿ ਕੁੜੀਆਂ ਸਿਆਸਤ ਨੂੰ ਸਿਆਸਤ ਨਹੀਂ ਕਹਿੰਦੀਆਂ। ਮੇਰੇ ਹਿਸਾਬ ਨਾਲ ਕੁੜੀਆਂ ਤਾਂ ਸੇਵਾ, ਔਰ ਉਹਨਾਂ ਨੇ ਆਪਣੇ ਬੱਚਿਆਂ ਦਾ ਜਿਵੇਂ ਭਵਿੱਖ ਬਣਾਉਣਾ, ਆਪਣੀ ਡਿਊਟੀ ਨਿਭਾਉਣੀ ਹੈ। ਸੋ ਮੈਨੂੰ ਇਹ ਲੱਗਦਾ ਕਿ ਕੁੜੀਆਂ ਨੂੰ ਵੀ ਜ਼ਿੰਮੇਵਾਰੀਆਂ ਜ਼ਿਆਦਾ ਦੇਣੀਆਂ ਚਾਹੀਦੀਆਂ ਪੰਜਾਬ 'ਚ। ਆਪਾਂ ਅਕਸਰ ਇਹ ਗੱਲਾਂ ਕਰਦੇ ਆ ਕਿ ਲੋਕਾਂ ਦੇ ਲਈ ਨੇਤਾ ਨੇ ਆਹ ਨਹੀਂ ਕੀਤਾ, ਨੇਤਾ ਇਦਾਂ ਦਾ ਹੈ, ਨੇਤਾ ਉਦਾਂ ਦਾ ਹੈ। ਜਿਵੇਂ ਟਹਿਣਾ ਸਾਹਿਬ ਨੇ ਕਿਹਾ ਵੀ ਤੁਹਾਨੂੰ ਅੱਜ ਨੇਤਾ ਦੀ ਥਾਂ ਤੇ ਬਿਠਾ ਕੇ ਅਸੀਂ ਵੇਖ ਰਹੇ ਹਾਂ। ਤੁਹਾਡੀ ਨਜ਼ਰ 'ਚ ਲੋਕ ਕਿਵੇਂ ਦੇ ਨੇ? ਲੋਕ ਕਿੱਦਾਂ ਦੀਆਂ ਫਰਮਾਇਸ਼ਾਂ ਲੈ ਕੇ ਆਉਂਦੇ ਨੇ? ਲੋਕ ਕੀ ਡਿਮਾਂਡ ਲੈ ਕੇ ਆਉਂਦੇ ਨੇ? ਕਿਉਂਕਿ ਦੇਖੋ, ਜਦੋਂ ਅਸੀਂ ਇਹ ਕਹਿੰਦੇ ਆ ਕਿ ਲੀਡਰ ਆਹ ਵਾਅਦੇ ਕਰਕੇ ਭੁੱਲ ਗਏ, ਲੀਡਰ ਨੇ ਆਹ ਗੱਲਾਂ ਕਹਿ ਕੇ ਭੁਲਾ ਦਿੱਤੀਆਂ, ਤੇ ਲੋਕ ਵੀ ਤਾਂ ਕੁਝ ਗੱਲਾਂ ਲੈ ਕੇ ਤੁਹਾਡੇ ਕੋਲ ਆਉਂਦੇ ਨੇ। ਹਾਂਜੀ, ਆਉਂਦੇ ਆ ਜੀ। ਹੁਣ ਮੈਨੂੰ ਲੋਕ ਕਹਿ ਦਿੰਦੇ ਹਾਂਜੀ ਬੇਟੀ ਤਿਆਰੀ ਹੈ, ਇਲੈਕਸ਼ਨ ਲੜਨੀ ਹੈ, ਇੰਨੇ ਕਰੋੜ ਲੱਗਣਾ, ਐ ਲੱਗਣਾ। ਮੈਂ ਕਿਹਾ ਭਰਾਵੋ, ਹੁਣ ਤੁਸੀਂ ਮੈਨੂੰ ਤਾਂ ਡਰਾਉਣ ਲੱਗ ਗਏ ਤੁਸੀਂ। ਮੈਂ ਤਾਂ ਤੁਹਾਡੇ ਕੰਮ ਕਰਨ ਆਈ ਆ ਜੀ। ਮੈਂ ਜੇ ਆਪਣੀਆਂ ਪ੍ਰਾਪਰਟੀਜ਼ ਜਾਂ ਕਿੱਦਾਂ ਉਹਨਾਂ ਨੂੰ ਦਾਅ ਤੇ ਲਾ ਕੇ ਕੋਈ ਕੰਮ ਕਰੂੰਗੀ, ਫਿਰ ਮੈਂ ਕਿਸ ਤਰ੍ਹਾਂ ਸਹੀ ਕੰਮ ਕਰੂੰਗੀ ਜੀ? ਅੱਜ ਇਹ ਮੇਰੀ ਇਕੱਲੀ ਦੀ ਲੜਾਈ ਨਹੀਂ ਹੈ, ਮੈਨੂੰ ਤਾਂ ਕੁਦਰਤ ਇਸ ਰੂਪ 'ਚ ਤੁਹਾਡੇ ਅੱਗੇ ਲਿਆਈ। ਜੇ ਮੇਰੇ ਨਾਲ ਲੱਗ ਕੇ ਜਾਂ ਮੇਰੇ ਜੀਵਨ 'ਚ ਕੋਈ ਮੈਂ ਮਿਹਨਤ ਕਰਕੇ ਤੁਹਾਡੇ ਸਾਰਿਆਂ ਲਈ ਕੁਝ ਕਰ, ਮੈਂ ਧੰਨ ਭਾਗ ਸਮਝੂੰਗੀ ਆਪਣੇ। ਪਰ ਅੱਜ ਮੈਨੂੰ ਵੀ ਡਰ ਲੱਗ ਰਿਹਾ ਕਿ ਮੈਂ ਇਲੈਕਸ਼ਨ ਲੜਨੀ ਹੈ ਤਾਂ ਮੇਰੇ ਲਈ ਬਹੁਤ ਪਤਾ ਨਹੀਂ ਕਿ ਵੱਡਾ ਮੈਨੂੰ ਆਹ ਕਰਨਾ ਪੈਣਾ, ਆਹ ਕਰਨਾ ਪੈਣਾ, ਆਹ ਕਰਨਾ ਪੈਣਾ। ਸੋ ਇਹ ਕੋਈ ਵੀ ਨੇਤਾ, ਉਹਦੇ ਮਨ 'ਚ ਡਰ ਨਾ ਹੋਵੇ ਕਿ ਯਾਰ ਮੈਂ ਇਸ ਤਰ੍ਹਾਂ ਲੜਨੀ ਪੈਣੀ ਹੈ, ਮੈਨੂੰ ਤਾਂ ਫਲਾਣੇ ਪਿੰਡ ਤਾਂ ਐਂ ਕਰਨੇ ਪੈਣੇ, ਫਲਾਣੇ ਪਿੰਡ ਐਂ। ਸਾਰੇ ਲੋਕਾਂ ਨੂੰ ਅੱਜ ਸਹੀ ਤਰੀਕੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰੋ। ਕੋਈ ਡਿਮਾਂਡਸ ਬਹੁਤ ਲੋਕ ਜਿਹੜੇ ਹੈਗੇ ਆ, ਮੈਂ ਤਾਂ ਈਵਨ ਪ੍ਰਵਾਸੀ ਭਾਈਚਾਰਿਆਂ ਨੂੰ ਮਿਲੀ, ਮੈਂ ਉਹਨਾਂ ਨੂੰ, ਸਾਡੇ ਇੱਥੇ ਸਾਨਿਆਂ ਹਲਕਾ ਬਿਲਕੁਲ ਡਿਫਰੈਂਟ ਹੈ। ਹੁਣ ਜਿਹੜੇ ਬਾਹਰ ਲੋਕ ਬੈਠੇ ਆ ਉਹ ਪੰਜਾਬ ਨੂੰ ਆਪਣੇ ਵਰਗਾ ਪੰਜਾਬ ਸਮਝਦੇ। ਇੱਥੇ ਬਹੁਤ ਕਮਿਊਨਿਟੀਜ਼ ਨੇ, ਇੱਥੇ ਗੁੱਜਰ ਭਾਈਚਾਰਾ ਹੈ, ਇੱਥੇ ਜਿਵੇਂ ਮੈਂ ਦੱਸਿਆ ਬਾਜੀਗਰ ਭਾਈਚਾਰਾ ਹੈ, ਹਾਂਜੀ, ਪ੍ਰਵਾਸੀ ਭਾਈਚਾਰਾ, ਹਿਮਾਚਲੀ ਲੋਕ ਨੇ ਜਿਹੜੇ ਬਿੱਟੀ ਨੂੰ ਨਹੀਂ ਜਾਣਦੇ। ਬਿੱਟੀ ਨੇ ਜ਼ਿੰਦਗੀ 'ਚ ਕੀ ਕੀਤਾ ਉਹਨਾਂ ਨੂੰ ਕੁਝ ਨਹੀਂ ਪਤਾ। ਪ੍ਰਵਾਸੀ ਲੋਕ ਨੇ, ਮੈਂ ਹੁਣ ਉਹਨਾਂ ਨੂੰ ਮਿਲਣ ਗਈ ਵੀ ਤੁਸੀਂ ਕੀ ਚਾਹੁੰਦੇ ਹੋ, ਮੈਨੂੰ ਦੱਸੋ, ਮੈਂ ਤੁਹਾਡੇ, ਉਹ ਹਿੰਦੀ ਸਮਝਦੇ ਵੀ ਆਪਕੇ ਲਈ ਮੈਂ ਕਿਆ ਕਰ ਸਕਤੀ ਹੂੰ। ਤਾਂ ਉਹ ਕਹਿੰਦੇ ਆ ਸਾਡੇ ਕਾਰਡ ਨਹੀਂ ਬਣੇ, ਸਾਡਾ ਜੋ ਵੀ ਉਹਨਾਂ ਦਾ ਸਿਸਟਮ ਹੈ ਨਾ ਜੀ, ਉਹ ਵੀ ਲੋਕ ਰਹਿੰਦੇ ਆ। ਫਿਰ ਮੈਂ ਉਹਨਾਂ ਨੂੰ ਕਿਹਾ कि अभी आप पंजाब में रहते हो तो आपको पंजाब जैसे ही सोचना पड़ेगा। ਉਹਨਾਂ ਲੋਕਾਂ ਨੂੰ ਸਾਨੂੰ ਕਹਿਣਾ ਪਏਗਾ ਕਿ ਤੁਸੀਂ ਪੰਜਾਬੀਆਂ ਦੀਆਂ ਫੀਲਿੰਗਸ ਨੂੰ ਸਮਝੋ, ਵੋਟ ਨੂੰ ਵੇਚਣਾ ਨਹੀਂ ਜੀ। ਹੁਣ ਤੁਸੀਂ ਪੰਜਾਬ ਦੇ ਵਸਿੰਦੇ ਹੋ। ਇਹ ਤਾਂ ਗੱਲ ਥੋੜੀ ਬਹੁਤ ਸੋਹਣੀ ਆ ਕਿ ਵੋਟ ਨੂੰ ਵੇਚਣਾ ਨਹੀਂ, ਪਰ ਵੈਸੇ ਆਪਣੀ ਭੈਣ ਭਰਾਵਾਂ ਵਾਲੀ ਗੱਲ ਆ ਸਾਰਿਆਂ ਦੀ ਵੀ ਜਦੋਂ ਤੁਸੀਂ ਪਿਛਲੀ ਵਾਰੀ ਚੋਣ ਲੜੀ ਕੋਈ ਮਾੜੇ ਮੋਟੇ ਪੈਸੇ ਪੂਸੇ ਵੰਡਣ ਦੀ ਲੋੜ ਪਈ ਕਿ ਨਹੀਂ? ਬੜੀ ਵਾਹਿਗੁਰੂ ਦੀ ਕਿਰਪਾ ਰਹੀ ਵੀਰ ਜੀ, ਮੈਨੂੰ ਲੋਕਾਂ ਨੇ ਬਹੁਤ ਕਿਹਾ ਪਰ
ਪਰਸਨਲੀ ਅਸੀਂ ਇੱਕ ਵੀ दारू ਦੀ ਬੋਤਲ ਔਰ ਕੋਈ ਵੀ ਮਤਲਬ ਪੈਸਾ ਨਹੀਂ ਲੋਕਾਂ ਨੂੰ ਦਿੱਤਾ। ਸ਼ਾਇਦ ਤਾਂ ਹੀ ਪਤਾ ਨਹੀਂ, ਲੋਕ ਤਾਂ ਕਹਿੰਦੇ ਆ 5000 ਵੋਟ ਖਰੀਦ ਲੈਂਦੇ ਤੁਸੀਂ ਜਿੱਤ ਜਾਂਦੇ। ਹਾਂ ਸੋ ਤੇ ਬਾਅਦ ਦੇ ਵਿੱਚ ਮੰਚ ਨਹੀਂ ਆਇਆ ਵੀ ਆਪਾਂ ਕਰ ਲੈਂਦੇ ਆ। ਮੈਨੂੰ ਇਹ ਲੱਗਦਾ ਸੀਗਾ ਕਿ ਇਕੱਲੇ ਪੈਸੇ ਨਾਲ ਮੈਂ ਲੀਡਰ ਨਹੀਂ ਬਣ ਸਕਦੀ ਬਣ ਕੇ। ਮੈਨੂੰ ਲੋਕ ਜਦੋਂ ਕਹਿਣਗੇ ਕਿ ਲੋਕ ਬਿੱਟੀ ਸਾਡੇ ਲਈ ਹੈ, ਸਾਡੀ ਧੀ ਹੈ, ਸਾਡੀ ਭੈਣ ਹੈ, ਇਹ ਸਾਡੇ ਕਾਬਲ ਹੈ ਕੰਮ ਕਰਨ ਦੇ, ਜਦੋਂ ਮੈਂ ਲੋਕਾਂ ਦੇ ਮਨਾਂ ਤੇ ਛਾ ਜਾਊਂਗੀ ਲੋਕ ਮੈਨੂੰ ਜਿਤਾਉਣਗੇ ਜੀ। ਪੈਸਾ ਨਹੀਂ ਮੈਨੂੰ ਜਿਤਾ ਸਕਦੇ। ਤੋਂ ਬਹੁਤ ਵੱਡੇ ਵੱਡੇ ਪੈਸੇ ਵਾਲੇ ਆਏ, ਇਕੱਲਾ ਪੈਸਾ ਕਿਸੇ ਨੂੰ ਜਿਤਾ ਨਹੀਂ ਸਕਦਾ ਜੀ। ਪਰ ਵੈਸੇ ਇੱਕ ਨਾਰਮਲ ਜੀ ਗੱਲ ਹੈ ਭੈਣ ਜੀ, ਜਦੋਂ ਪੰਜਾਬੀ ਭਾਈਚਾਰੇ 'ਚ ਜਾਂਦੇ ਹੋ ਤੇ ਉਹ ਕਹਿੰਦੇ ਹੋਣਗੇ ਵੀ ਪਹਿਲਾਂ ਇੱਕ ਗੀਤ ਸੁਣਾ ਦਿਓ, ਕੋਈ ਸ਼ਬਦ ਸੁਣਾ ਦਿਓ, ਹੈ ਨਾ। ਜਦੋਂ ਪ੍ਰਵਾਸੀ ਭਾਈਚਾਰੇ 'ਚ ਜਾਂਦੇ ਹੋ ਫਿਰ ਉਹਨਾਂ ਦੇ ਲਈ ਵੀ ਕੋਈ ਗੀਤ ਗੁੱਤ ਤਿਆਰ ਕੀਤਾ ਉਹ ਸਿੱਖਣੇ ਪੈਣਗੇ ਜੀ ਹੁਣ, ਕਿਉਂਕਿ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਹਮਾਰੀ ਲੀਡਰ ਇੱਕ ਸਿੰਗਰ ਹੈ। ਤਾਂ ਫਿਰ ਕੁਛ ਨਾ ਕੁਛ ਉਹਨਾਂ ਨੂੰ ਪਿਆਰ ਨਾਲ ਆਪਣੇ ਅੰਦਾਜ਼ ਨਾਲ ਕਹਿ ਦਈਦਾ ਹੈ ਕਿ ਕੀ ਕਹਿੰਦੇ ਫਿਰ? ਉਹਨਾਂ ਨੂੰ ਹਿੰਦੀ ਚ ਪਹਿਲੀ ਗੱਲ ਤਾਂ ਕਈ ਲੋਕ ਹਿੰਦੀ ਸਮਝਦੇ ਆ, ਵੈਸੇ ਤਾਂ ਮੋਸਟਲੀ ਪ੍ਰਵਾਸੀ ਲੋਕ ਵੀ ਪੰਜਾਬੀ ਸਮਝਦੇ ਆ। ਔਰ ਇੱਥੇ ਇੰਨੇ ਲੋਕ ਆਪਣੇ ਘਰ ਬਣਾ ਚੁੱਕੇ ਨੇ, ਉਹਨਾਂ ਦੀਆਂ ਵੋਟਾਂ ਨੇ, ਉਹ ਸਾਡੇ ਕਈ ਸਰਪੰਚ ਵੀ ਬਣੇ ਨੇ ਪ੍ਰਵਾਸੀ ਲੋਕ, ਤੇ ਅੱਛੇ ਵੀ ਬਹੁਤ ਲੋਕ ਨੇ, ਮੈਂ ਨਹੀਂ ਕਹਿੰਦੀ, ਬਟ ਪਰ ਉਹਨਾਂ ਦੇ ਸੋਚਣ ਦਾ ਤਰੀਕਾ ਤੇ ਪੰਜਾਬੀਆਂ ਦੇ ਸੋਚਣ ਦਾ ਤਰੀਕਾ, ਅਸੀਂ ਇਮੋਸ਼ਨਲੀ ਗੱਲ ਕਰਦੇ ਜੀ, ਉਹਨਾਂ ਨੇ ਆਪਣੇ ਹਿਸਾਬ ਨਾਲ ਗੱਲ ਕਰਨੀ ਹੈ। ਸੋ ਇਹ ਬੜੀਆਂ ਚੀਜ਼ਾਂ ਨੇ ਜੋ ਸਿਆਸਤ 'ਚ ਨੇ ਜੀ। ਹੁਣ ਪਿੰਡਾਂ ਵਾਲੇ ਤਾਂ ਪਿੰਡਾਂ ਦੇ ਹਿਸਾਬ ਨਾਲ ਸੋਚ ਰਹੇ ਨੇ, ਪਿੰਡਾਂ ਦੇ ਅਲੱਗ ਇਸ਼ੂ ਨੇ। ਹੁਣ ਜੇ ਇੱਥੇ ਤੁਸੀਂ ਲੁਧਿਆਣੇ 'ਚ ਆ ਜਾਓਗੇ, ਆਪਣੇ ਅਲੱਗ-ਅਲੱਗ ਉੱਥੇ ਜਾਓਗੇ ਸਾਡੇ ਏਰੀਏ 'ਚ, ਇੱਧਰ ਸਾਡੇ ਪਿੰਡ ਬੇਟ ਦੇ ਨੇ ਸਾਰਾ, ਜਿਵੇਂ ਉੱਥੇ ਲੋਕ ਰੇਤਾ ਚਲਾਉਂਦੇ ਨੇ, ਉਹ ਕਹਿੰਦੇ ਸਾਨੂੰ ਰੇਤਾ ਨਹੀਂ ਚਲਾਉਣ ਦਿੰਦੇ, ਉਹਨਾਂ ਸਾਡਾ ਕੰਮ ਹੀ ਰੇਤਾ ਚਲਾਉਣਾ। ਪਰ ਉਹਨਾਂ ਨੂੰ ਸਮਝਾਉਣਾ ਪਿਆ ਕਿ ਨਹੀਂ, ਇਹ ਗਵਰਨਮੈਂਟ ਦਾ ਐਸਟ ਹੈ, ਗਵਰਨਮੈਂਟ ਨੇ ਇਹਦੇ ਤੋਂ ਰੈਵਨਿਊ ਲੈਣਾ ਤੇ ਤੁਹਾਡੇ ਕੰਮ ਕਰਾਉਣੇ ਹੈ ਜੀ। ਇਸ ਤਰ੍ਹਾਂ ਦੀਆਂ ਗੱਲਾਂ, ਮਤਲਬ ਬਹੁਤ ਕੁਛ ਹੈ ਜੀ। ਪਹਿਲਾਂ ਸਤਵਿੰਦਰ ਬਿੱਟੀ ਦੀ ਗੱਡੀ ਦੇ ਵਿੱਚ ਸਾਜ਼ੀ ਹੁੰਦੇ ਸੀ, ਹੁਣ ਸਰਪੰਚ ਹੁੰਦੇ ਆ। ਉਹ ਕੰਮ ਔਖਾ ਲੱਗਦਾ ਸੀ ਕਿ ਇਹ ਔਖਾ ਤਾਂ ਕੁਛ ਨਹੀਂ ਲੱਗਿਆ ਜੀ ਸਵਰ ਜੀ, ਪਰ ਇਹ ਵੀ ਅੱਛਾ ਲੱਗਦਾ ਹੈ ਕਿਉਂਕਿ ਜਦੋਂ ਕਿਸੇ ਦੀ ਮਦਦ ਹੋ ਜਾਂਦੀ ਹੈ ਤਾਂ ਬੜਾ ਸਕੂਨ ਮਿਲਦਾ ਹੈ। ਕਿਤੇ 40 ਸਾਲ ਪਹਿਲਾਂ ਕੋਈ ਰਸਤਾ ਦੱਬਿਆ ਹੋਇਆ ਸੀ ਕਿਸੇ ਨੇ ਪਿੰਡ ਦਾ, ਉਹ ਰਸਤਾ ਤੁਸੀਂ ਛਡਾ ਦਿੰਦੇ ਹੋ, ਅੱਜ ਪਿੰਡ ਤੁਹਾਨੂੰ ਸਤਿਕਾਰ ਕਰਦਾ, ਔਰ ਰਸਤਾ ਤੁਸੀਂ ਬਣਵਾ ਦਿੰਦੇ ਹੋ। ਜਿਵੇਂ ਸਾਡਾ ਰਾਹੋਂ ਰੋਡ ਹੈ ਜੀ, ਇੱਕ ਉਹ ਵਿਧਾਨ ਸਭਾ 'ਚ ਵੀ ਗੂੰਜਿਆ ਮੁੱਦਾ, ਅਕਾਲੀ ਦਲ ਨੇ, ਜਦ ਕਿ ਆਪ ਹੀ ਇਹਨਾਂ ਨੇ ਸੀਵਰੇਜ ਪਾਏ ਪਰ ਕਿਤੇ ਜੋੜੇ ਨਹੀਂ, ਲੋਕਾਂ ਦੇ ਘਰਾਂ 'ਚ ਪਾਣੀ ਫਿਰਦੇ ਆ ਤੇ ਇੰਨਾ ਬੁਰਾ ਹਾਲ ਸੀ ਉੱਥੇ, ਮਤਲਬ ਤੁਸੀਂ ਉਹਨੂੰ ਨਰਕ ਦਾ ਦੁਆਰ ਕਹਿੰਦੇ ਸੀ। ਮੈਂ ਉੱਥੇ 4.5 ਸਾਲ ਦੀ ਗੇੜਾ ਕੱਟਦੀ ਸੀ ਵੀ ਇਹ ਪਾਣੀ ਨੂੰ ਕੀ ਕਰਨਾ, ਇਹਦਾ ਪਾਣੀ ਦਾ ਜਾਊਗਾ ਕਿੱਥੇ, ਕੀ ਕਰਨਾ। ਪਰ ਅੱਜ ਲੋਕਾਂ ਦੀਆਂ ਦੁਆਵਾਂ, ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਅਸੀਂ ਉਹ ਪਾਣੀ ਸੁਕਾਤਾ, ਉੱਥੇ ਸੜਕ ਬਣਾਤੀ। ਗੱਲ ਸਿਰਫ ਡੈਡੀਕੇਸ਼ਨ ਦੀ ਹੈ, ਉਹਦੇ 'ਚ ਖੂਬਣ ਦੀ ਹੈ, ਲੱਗਣ ਦੀ ਹੈ, ਇੱਕ ਸੁਰ ਹੋਣ ਦੀ ਹੈ ਕਿ ਜੋ ਤੁਹਾਡੇ ਮੁੱਦੇ ਆ, ਜੋ ਤੁਹਾਡੇ ਲੋਕਾਂ ਦੀਆਂ ਮੁਸ਼ਕਲਾਂ ਨੇ, ਮੈਂ ਉਹਨਾਂ ਦਾ ਹੱਲ ਕਿਵੇਂ ਲੱਭਾਂ। ਸੋ ਉਹਦੀਆਂ ਕੋਸ਼ਿਸ਼ਾਂ ਕਰਦੇ ਨੇ। ਮੈਂ ਤੁਹਾਡੇ ਹਲਕੇ 'ਚ ਰਹਿਣ ਲੱਗ ਜਾਣਾ, ਸਾਡੀ ਮਗਰਲੀ ਗਲੀ ਬਣ ਗਈ, ਸਾਡੇ ਵਾਲੇ ਨੂੰ ਪਤਾ ਨਹੀਂ ਬਿਮਾਰੀ ਪੈ ਗਈ, ਛੱਡ ਗਿਆ। ਸਾਡੀ ਤਾਂ ਵੈਸੇ ਹੀ ਪੱਟੀ ਪਈ ਗਿਆ ਟਾਣਾ ਸਾਹਿਬ। ਬੜਾ ਦੁੱਖ ਹੁੰਦਾ, ਸਾਡਾ ਕਸੂਰ ਕੀ ਸੀ? ਨਹੀਂ ਚਲੋ ਦੇਖੋ, ਮੈਂ ਸਾਰਿਆਂ ਨੂੰ ਕਹਿਣਾ, ਜਿੰਨੇ ਵੀ ਲੋਕ ਨੇ ਜੀ, ਜਿੱਥੇ ਵੀ ਉਹ ਭੂਮਿਕਾ ਨਿਭਾ ਰਹੇ ਨੇ ਆਪਣੀ ਜ਼ਿੰਦਗੀ 'ਚ, ਤਾਂ ਇਨਸਾਨੀਅਤ ਦੀ ਗੱਲ ਕਰੀਏ, ਸਾਰਿਆਂ ਲਈ ਕੰਮ ਕਰੀਏ, ਸੋਹਣਾ ਇੱਕ ਸਮਾਜ ਬਣਾ। ਆਪਾਂ ਵੈਸੇ ਇਕੱਠੇ ਹੋ ਕੇ ਲੜਨ ਦੀ ਗੱਲ ਕਰ ਰਹੇ ਸੀ, ਹਨਾ, ਪਰ ਤੁਹਾਨੂੰ ਇਹ ਨਹੀਂ ਲੱਗਦਾ ਲੜਾਈ ਸ਼ਬਦ ਤਾਂ ਕਾਂਗਰਸ ਦੇ ਨਾਲ ਹੀ ਜੁੜ ਗਿਆ? ਕਿਉਂਕਿ ਪਿਛਲੇ ਦਿਨੀ ਜੋ ਕੁਝ ਹੋਇਆ, ਆਪਣੇ ਹੀ ਵਿਧਾਇਕ ਆਪਣੇ ਹੀ ਮੁਖੀ ਦੇ ਬਾਰੇ ਚ ਜੋ ਕੁਝ ਬੋਲੇ, ਜਿਵੇਂ ਪ੍ਰੈਸ ਕਾਨਫਰੰਸਿਸ ਹੋਈਆਂ, ਜੋ ਕੁਝ ਵਾਪਰਿਆ ਉਹ ਸਾਰੇ ਜਾਣਦੇ ਨੇ। ਸੋ ਹੁਣ ਥੋੜਾ ਜਿਹਾ ਕਾਂਗਰਸ ਲਈ ਹੋਰ ਔਖਾ ਹੋਏਗਾ ਕਿ ਲੋਕ ਤਾਂ ਇਹ ਕਹਿਣ ਲੱਗੇ ਇਹ ਤਾਂ ਆਪਸ 'ਚ ਲੜੀ ਜਾਂਦੇ ਨੇ, ਤਾਂ ਸਾਡਾ ਕੀ ਸਵਾਰਨਗੇ? ਨਹੀਂ, ਕੋਈ ਲੜਾਈ ਨਹੀਂ ਹੁੰਦੀ। ਦੇਖੋ, ਡਿਸਕਸ਼ਨਸ ਹੁੰਦੀਆਂ ਨੇ, ਜਦੋਂ ਬਹੁਤ ਵੱਡੀ ਪਾਰਟੀ ਹੈ, ਬਹੁਤ ਵੱਡਾ ਪਰਿਵਾਰ ਹੈ, ਡਿਸਕਸ਼ਨਸ ਹੁੰਦੀਆਂ ਨੇ ਜਿਹੜੀਆਂ ਕਿ ਹੋਣੀਆਂ ਬੜੀਆਂ ਜ਼ਰੂਰੀ ਹੈ ਜੀ। ਹੁਣ ਨਵੀਂ ਇੱਕ ਟੀਮ ਤਿਆਰ ਹੋਣੀ ਹੈ ਅਗਲੀ ਇਲੈਕਸ਼ਨ ਲੜਨ ਵਾਸਤੇ, ਹੈ ਨਾ, ਕਿ ਇਹਨੂੰ ਕਿਹੜੀ ਜ਼ਿੰਮੇਵਾਰੀ ਦੇਣੀ ਹੈ, ਕਿਹੜੀ ਮਿਲਣੀ ਹੈ, ਉਹਦੇ ਲਈ ਡਿਸਕਸ਼ਨਸ ਹੁੰਦੀਆਂ ਨੇ, ਤਾਂ ਉਹੀ ਹੋ ਰਹੀਆਂ ਨੇ। ਅਤੇ ਜਿਹੜਾ ਲੋਕਾਂ ਦੇ ਹਿੱਤ ਵਿੱਚ ਧਿਆਨ ਰੱਖ ਕੇ ਜੋ ਬੈਸਟ ਲੋਕਾਂ ਦੀ ਜੋ ਆਵਾਜ਼ ਹੋਏਗੀ, ਉਸੇ ਤਰ੍ਹਾਂ ਦੇ ਲੀਡਰਸ ਲੋਕਾਂ ਨੂੰ ਮਿਲਣਗੇ। ਔਰ ਮੈਨੂੰ ਪੂਰਾ ਭਰੋਸਾ ਤਾਂ ਵੀ ਹੈ ਕਿ ਸੋਨੀਆ ਗਾਂਧੀ ਜੀ ਇਸ ਟੀਮ ਨੂੰ ਲੀਡ ਕਰਦੇ ਆ, ਉਹ ਇੱਕ ਔਰਤ ਨੇ, ਔਰ ਔਰਤ ਦਾ ਉਹੀ ਨਜ਼ਰੀਆ, ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਅਸੀਂ ਘਰ 'ਚ ਆਪਣੇ ਬੱਚਿਆਂ ਨੂੰ ਵੀ ਸੈੱਟ ਰੱਖਦੇ ਹਾਂ, ਹੈ ਜੀ, ਆਪਣੇ ਹਸਬੈਂਡ ਨੂੰ ਵੀ ਅਤੇ ਆਪਣੇ ਰਿਸ਼ਤੇਦਾਰੀਆਂ ਨੂੰ ਵੀ। ਸੋ ਇਸ ਤਰ੍ਹਾਂ ਇੱਕ ਔਰਤ 'ਚ ਇੱਕ ਸਮਰੱਥਾ ਹੈ
ਜਿਹੜੇ ਕਿ ਸਾਰਿਆਂ ਨੂੰ ਨਾਲ ਵੀ ਲਗਾ ਲੈਂਦੇ ਆ, ਪਿਆਰ ਵੀ ਕਰਦੇ ਆ, ਝਿੜਕ ਵੀ ਦਿੰਦੇ ਆ। ਸੋ ਇੱਕ ਔਰਤ ਸਾਡੀ ਨੁਮਾਇੰਦਗੀ ਕਰ ਰਹੇ ਨੇ, ਸੋਨੀਆ ਗਾਂਧੀ ਜੀ। ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ, ਬਹੁਤ ਅੱਛੀ ਟੀਮ ਪੰਜਾਬ ਨੂੰ ਮਿਲੇਗੀ। ਕੰਮ ਬਹੁਤ ਅੱਛਾ ਹੋ ਰਿਹਾ ਹੈ। ਨੈਗੇਟਿਵਿਟੀ ਹੁੰਦੀ ਹੈ, ਕੰਮ ਬਹੁਤ ਹੈਗੀ ਹੈ ਜਿਹੜੇ ਨਹੀਂ ਹੋਏ ਔਰ ਹੋਣੇ ਜ਼ਰੂਰੀ ਹੈ। ਉਹਦੇ ਬੜੇ ਰੀਜ਼ਨ ਹੈ, ਹਰ ਬੰਦਾ ਆਪਣਾ ਬੈਸਟ ਐਫਰਟ ਕਰ ਰਿਹਾ ਹੈ। ਮੈਂ ਧੰਨਵਾਦੀ ਹਾਂ ਸਾਡੀ ਪੂਰੀ ਲੀਡਰਸ਼ਿਪ ਦੀ, ਔਰ ਉਮੀਦ ਕਰਦੀ ਹਾਂ, ਅਰਦਾਸਾਂ ਕਰਦੀ ਹਾਂ ਕਿ ਗੁਰੂ ਸਾਹਿਬ ਜਿੰਨੀ ਵੀ ਟੀਮ ਲੋਕ ਅੱਛੇ ਆਣ ਪੰਜਾਬ ਲਈ, ਉਹਨਾਂ ਤੇ ਆਪਣਾ ਆਸ਼ੀਰਵਾਦ ਰੱਖੇ। ਬੇਅਦਬੀ ਦਾ ਮਾਮਲਾ ਕਾਂਗਰਸ ਮੁੱਦਾ ਬਣਾ ਕੇ ਲੈ ਕੇ ਆਈ, ਜਿਹਦੇ ਆਧਾਰ ਦੇ ਉੱਤੇ ਚੋਣ ਜਿੱਤੀ, ਪਰ ਕੀਤਾ ਇਸ ਮਾਮਲੇ 'ਚ ਵੀ ਕੁਝ ਨਹੀਂ। ਤੁਸੀਂ ਆਪਦੀ ਲੀਡਰਸ਼ਿਪ ਨਾਲ ਕਦੇ ਗੱਲ ਕੀਤੀ ਹੈ, ਸੁਨੇਹਾ ਪਹੁੰਚਾਇਆ ਕਿ ਆਪਾਂ ਨੂੰ ਇਹ ਮਸਲਾ ਤਾਂ ਹੱਲ ਕਰਨਾ ਚਾਹੀਦਾ ਸੀ? ਬਿਲਕੁਲ ਜੀ, ਸਾਰੇ ਗੱਲਾਂ ਕਰਦੇ ਆ, ਸਾਰਿਆਂ ਨੂੰ ਪਤਾ ਹੈ ਕਿ ਇਹਦਾ ਹੱਲ ਹੋਣਾ ਚਾਹੀਦਾ ਹੈ। ਜੇ ਸਾਡੇ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਬੇਇੱਜ਼ਤ ਕੀਤਾ ਜਾਂਦਾ ਹੈ, ਗਲੀਆਂ 'ਚ ਰੋਲਿਆ ਜਾਂਦਾ ਹੈ, ਤਾਂ ਬਾਕੀ ਜਿਹੜੀਆਂ ਚੀਜ਼ਾਂ ਦਾ ਕੀ ਬਣੂਗਾ। ਸੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਸ ਤਰ੍ਹਾਂ ਵੀ ਹੋਊਗਾ, ਹੌਲੀ ਹੌਲੀ ਹਰ ਚੀਜ਼ ਦਾ ਹੱਲ ਮੇਰਾ ਦਿਲ ਕਹਿੰਦਾ ਹੈ ਕਿ ਜ਼ਰੂਰ ਹੋਏਗਾ, ਕਿਉਂਕਿ ਸਜ਼ਾ ਪਰਮਾਤਮਾ ਵੀ ਦਿੰਦਾ ਹੈ, ਉਹਦਾ ਮੌਕਾ ਉਹੀ ਲੈ ਕੇ ਆਉਂਦਾ ਹੈ। ਮੈਨੂੰ ਇਹ ਲੱਗਦਾ ਹੈਗਾ ਕਿ ਹੋਣਾ ਹੀ ਹੋਣਾ ਹੈ, ਕਿਹਦੇ ਹੱਥੋਂ ਹੋਣਾ, ਕਿਵੇਂ ਹੋਣਾ, ਪਰ ਵਕਤ ਆਉਣਾ ਹੀ ਆਉਣਾ, ਜਿਹਨੇ ਜੋ ਕੀਤਾ ਉਹਨੇ ਭੁਗਤਣਾ ਹੀ ਭੁਗਤਣਾ। ਜੀ, ਪਰ ਵੈਸੇ ਜੇ ਓਵਰਆਲ ਰਾਜਨੀਤੀ ਦੀ ਗੱਲ ਕਰੀਏ, ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਨਹੀਂ, ਪੂਰੀ ਰਾਜਨੀਤੀ ਦੀ ਗੱਲ ਕਰੀਏ, ਅਕਸਰ ਅਸੀਂ ਲੋਕਾਂ ਨੇ ਇਹੀ ਹੰਡਾਇਆ ਵੀ 5 ਸਾਲ ਦੇ ਲਈ ਜਦੋਂ ਜਿੱਤਦੇ ਨੇ ਤਾਂ 4.5 ਸਾਲ ਸੁੱਤੇ ਰਹਿੰਦੇ ਨੇ, ਅਖੀਰਲੇ 5-6 ਮਹੀਨੇ ਚੇਤੇ ਆਉਂਦਾ ਵੀ ਨਹੀਂ ਅਸੀਂ ਵਜ਼ਾਰਤ ਦੇ ਵਿੱਚ ਅਸੀਂ ਲੋਕਾਂ ਦੇ ਲਈ ਕੰਮ ਕਰੀਏ, ਹੈ ਨਾ। ਇਹਨੂੰ ਕਿੱਥੋਂ ਤੱਕ ਆਵਾਜ਼ ਆਉਂਦੀ, ਕਿਉਂਕਿ ਲੋਕਾਂ ਦੇ ਮਨਾਂ 'ਚ ਵੀ ਇਹੀ ਘਰ ਕਰ ਡੈਡਲੀ ਅਗੇਂਸਟ ਆ ਇਹੋ ਜਿਹੇ ਬੰਦੇ ਨੂੰ ਦੁਬਾਰਾ ਟਿਕਟਾਂ ਨਹੀਂ ਮਿਲਣੀਆਂ ਚਾਹੀਦੀਆਂ, ਜਿਹੜੇ ਲੋਕਾਂ 'ਚ ਨਹੀਂ ਜਾਂਦੇ। ਜਿਹੜਾ ਕੰਮ ਤੁਸੀਂ ਕਰਨਾ ਹੀ ਨਹੀਂ, ਫਿਰ ਤੁਸੀਂ ਉਹ ਕੰਮ 'ਚ ਐਂਟਰ ਨਾ ਕਰੋ। ਕਿਉਂਕਿ ਮੈਂ ਤਾਂ ਇਹਨੂੰ ਵੈਸੇ 24 ਘੰਟੇ ਡਿਊਟੀ ਹੈ, ਜਿਵੇਂ ਹਰ ਉਹਦੀ ਤੇ 24 ਘੰਟੇ ਦੀ ਡਿਊਟੀ ਹੈਗੀ ਹੈ, ਹਰ ਜਿਹੜਾ ਵੀ ਲੀਡਰ ਹੈ, ਤੇ ਉਹਨੂੰ ਇਸ ਕੰਮ 'ਚ ਨਹੀਂ ਆਉਣਾ ਚਾਹੀਦਾ। ਮੈਂ ਉਹਨੂੰ ਵੀ ਪਰਸਨਲੀ ਕਹੂੰਗੀ, ਜੇ ਤੁਹਾਡਾ ਮਨ ਹੀ ਨਹੀਂ ਹੈਗਾ ਤੇ ਲੋਕਾਂ 'ਚ ਜਾਣਾ ਨਹੀਂ, ਉਹਨਾਂ ਦੇ ਕੰਮ ਨਹੀਂ ਸੁਣਨੇ। ਕੰਮ ਹੋਣਾ ਵੀ ਬਾਅਦ ਦੀ ਗੱਲ ਹੈ, ਪਹਿਲਾਂ ਤੁਸੀਂ ਜਾ ਕੇ ਜਦੋਂ ਸੁਣਦੇ ਹੋ, ਅੱਧੀ ਗੱਲ ਤਾਂ ਉਦੋਂ ਹੀ ਸੋਲਵ ਹੋ ਜਾਂਦੀ ਹੈ। ਸੋ ਮੈਂ ਸਾਰਿਆਂ ਨੂੰ ਕਹੂੰਗੀ ਕਿ ਜਿਹੜੇ 100% ਡੈਡੀਕੇਟਿਡ ਲੋਕ ਹੈ, ਜਿਨ੍ਹਾਂ ਨੂੰ ਹੈਗਾ ਕਿ ਮੈਂ ਇਹ ਕੰਮ 'ਚ ਪੈਣਾ, ਚਾਹੇ ਉਹ ਸਰਪੰਚ ਨੇ, ਚਾਹੇ ਉਹ ਕਿਸੇ ਵੀ ਪੋਸਟ ਦੇ ਨੇ। ਜੇ ਕਈ ਤਾਂ ਆਪਣੀ ਵਾਈਫ ਨੂੰ ਬਣਾ ਦਿੰਦੇ ਆ ਤੇ ਆਪ ਹੀ ਜਾਂਦੇ ਆ, ਜਾਂ ਉਹਨਾਂ ਨੂੰ ਪਤਾ, ਮਤਲਬ ਇਸ ਤਰ੍ਹਾਂ ਦੇ ਬੜੇ ਲੋਕ ਆ ਜਾਂਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕੰਮ ਕਿਸ ਤਰ੍ਹਾਂ ਕਰਨਾ। ਸੋ ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਬਤੌਰ ਵੋਟਰ ਦੇ ਤੌਰ ਦੇ ਉੱਤੇ ਉਤਰ ਦਿਓ ਵੀ ਪੰਜਾਬ ਤੁਹਾਡੀ ਨਜ਼ਰ ਦੇ ਵਿੱਚ ਅੱਜ ਕਿੱਥੇ ਜੇ ਖੜਾ? ਕਾਂਗਰਸ ਨੂੰ ਪਰੇ ਕਰਕੇ, ਪਾਰਟੀ ਨੂੰ ਪਰੇ ਕਰਕੇ, ਟਿਕਟ ਮਿਲਣੀ ਨੂੰ ਪਰੇ ਛੱਡ ਕੇ, ਵੈਸੇ ਪੰਜਾਬ ਤੁਹਾਨੂੰ ਕਿੱਥੇ ਜੇ ਖੜਾ ਲੱਗਦਾ? ਸੰਕਟ 'ਚ ਪੰਜਾਬ ਮੈਂ ਸਮਝਦੀ ਹਾਂ ਕਿ ਆਪਸ 'ਚ ਜਿਹੜੇ ਕਲੈਸ਼ ਹੈ ਨਾ ਸਾਡੇ, ਪਹਿਲਾਂ ਤਾਂ ਉਹ ਖਤਮ ਹੋਣੇ ਚਾਹੀਦੇ। ਬੜੇ ਹੀਰਿਆਂ ਵਰਗੇ ਚੰਗੇ ਲੋਕ ਹੈਗੇ ਆ, ਕਾਸ਼ ਉਹ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋ ਕੇ ਸਾਡੇ ਹੱਲਾਂ ਵੱਲ ਹੋ ਜਾਣ, ਹੱਲ ਲੱਭਣ। ਮੈਂ ਤਾਂ ਹੀ ਕਹਿੰਦੀ ਹਾਂ, ਜਿਹੜਾ ਵੀ ਬੰਦਾ ਸਹੀ ਹੈ ਉਸ ਬੰਦੇ ਨੂੰ ਸਭ ਨੂੰ ਪਤਾ ਹੁੰਦਾ, ਫਿਰ ਵੀ ਬੜੇ ਲੋਕ ਸਿਆਣੇ ਵੀ ਹੈ, ਉਹਨੂੰ ਜ਼ਰੂਰ ਸਪੋਰਟ ਕਰੋ। ਜਿਹੜਾ ਵੀ ਕਿਸੇ ਵੀ ਪੋਜੀਸ਼ਨ ਤੇ ਸਹੀ ਕੰਮ ਵੀ ਕਰ ਰਿਹਾ ਪੋਲੀਟੀਕਲੀ, ਕਿਉਂਕਿ ਪੋਲਿਟਿਕਸ ਨੂੰ ਅੱਛਾ ਅਸੀਂ ਹੀ ਕਰਨਾ ਹੈ। ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਕੌਣ ਕਰੇਗਾ ਜੀ। ਤਾਂ ਮੈਂ ਸਮਝਦੀ ਹਾਂ ਜਿਹੜੀ ਮਰਜ਼ੀ ਮਤਲਬ ਤੁਸੀਂ ਪੋਜੀਸ਼ਨ ਤੇ ਕੰਮ ਕਰ ਰਹੇ ਹੋ, ਪਰ ਜੇ ਬੰਦਾ ਸਹੀ ਹੈ ਉਹਦਾ ਸਾਥ ਦੇਣਾ ਜ਼ਰੂਰੀ ਹੈ, ਇਕੱਠੇ ਹੋ ਕੇ ਲੜਨਾ ਜ਼ਰੂਰੀ ਹੈ, ਆਪਸ 'ਚ ਤਕਰਾਰ ਨਾ ਕਰੋ। ਪੰਜਾਬ ਨੂੰ ਪੰਜਾਬੀਆਂ ਨਾਲ ਹੀ ਲੜਾਇਆ ਜਾਂਦਾ ਤੇ ਨਹੀਂ ਹੋਣਾ ਚਾਹੀਦਾ। ਅਸੀਂ ਬੜੀ ਆਸਾਨੀ ਨਾਲ ਲੜ ਵੀ ਪੈਂਦੇ ਆ, ਲੜ ਪੈਂਦੇ ਆ ਜੀ। ਅਸੀਂ ਤਾਂ ਗਲੀ ਗੁਆਂਢ 'ਚ ਲੜ ਪੈਂਦੇ ਆ। ਹਾਂਜੀ, ਉਹ ਤੁਹਾਨੂੰ ਪ੍ਰਵੋਕ ਕੀਤਾ ਜਾਂਦਾ। ਅਸੀਂ ਘਰ 'ਚ ਹੀ ਲੜ ਪੈਂਦੇ ਆ ਡਾਣਾ ਸਾਹਿਬ। ਮੈਂ ਮਾੜਾ ਜਿਹਾ ਪਰਦਾ ਰੱਖਦਾ ਸੀਗਾ। ਸਾਰੇ ਜਾਣਦੇ ਨੇ ਵੀ ਅਸੀਂ ਚਾਚਿਆਂ ਤਾਇਆਂ ਨਾਲ, ਭੈਣ ਭਰਾਵਾਂ ਨਾਲ ਫਟ ਲੜ ਪੈਂਦੇ ਆ, ਇਹ ਸਾਡੀ ਆਦਤ ਆ। ਪਰ ਜੇ ਅੱਜ ਗੱਲ ਕਰੀਏ, ਅੱਜ ਬਹੁਤ ਵੱਡਾ ਮਸਲਾ ਜਿਹੜਾ ਵੀ ਬੰਦਾ ਸਿੰਸੀਅਰਲੀ ਕੋਈ ਗੱਲ ਕਰਦਾ, ਉਹਨੂੰ ਉਹਦੀ ਇੱਜ਼ਤ ਕਰੋ। ਹੈ ਜੀ, ਉਹਨੂੰ ਟ੍ਰੋਲ ਨਾ ਕਰੋ। ਪਤਾ ਨਹੀਂ ਕੌਣ ਕਿੰਨੀ ਵੱਡੀ ਭਾਵਨਾ ਲੈ ਕੇ ਤੁਹਾਡੇ ਕੰਮ ਕਰਾ ਰਿਹਾ ਜੀ। ਜਦੋਂ ਤੁਸੀਂ ਹੌਸਲਾ ਤੋੜ ਦਿੰਦੇ ਹੋ, ਹੈ ਜੀ, ਇੱਕ ਕਮੈਂਟ ਲਿਖ ਕੇ ਕਿਸੇ ਨੂੰ ਉਹਦਾ ਹੌਸਲਾ ਤੋੜ ਦਿੰਦੇ ਹੋ, ਨਹੀਂ ਠੀਕ। ਬਿਲਕੁਲ ਜੀ, ਮੈਂ ਇਸ ਗੱਲ ਦੇ ਤੁਹਾਡੇ ਨਾਲ ਸਹਿਮਤ ਹਾਂ। ਦੇਖੋ, ਜ਼ਾਬਤੇ ਦੇ ਵਿੱਚ ਰਹਿ ਕੇ, ਮਰਿਆਦਾ ਦੇ ਵਿੱਚ ਰਹਿ ਕੇ, ਤਰਕ ਦੇ ਨਾਲ ਸਵਾਲ ਵੀ ਕਰਨਾ ਚਾਹੀਦਾ, ਟਿੱਪਣੀ ਕਰਨੀ ਚਾਹੀਦੀ ਹੈ। ਪਰ ਜਿਹਦੇ ਕੋਲੇ ਸ਼ਬਦ ਹੈ ਨਹੀਂ, ਸਲਾਹ ਦੇਣੀ ਚਾਹੀਦੀ ਹੈ। ਇਸ ਕੰਮ ਨੂੰ ਤੁਸੀਂ ਐਵੇਂ ਕਰੋ। ਤੁਸੀਂ ਜਿੰਨੇ ਕਮੈਂਟਸ ਆਪਾਂ ਕਰਦੇ ਆ ਸੋਸ਼ਲ ਮੀਡੀਆ ਤੇ, ਤੁਸੀਂ ਉਹ ਕਮੈਂਟ ਲਿਖਣ ਨੂੰ ਟਾਈਮ ਲੱਗਦਾ ਹੈ, ਤੁਸੀਂ ਉੱਥੇ ਸਲਾਹ ਲਿਖੋ ਕਿ ਕੋਈ ਵੀ ਬੰਦਾ ਉਹਨੂੰ ਸਲਾਹਾਂ ਦਿਓ
ਜੇ ਤਾਂ ਗਾਲਾਂ ਸਲਾਹਾਂ ਦੀ ਕੱਢਣ ਨਾਲ ਲੋੜ ਹੈ। ਮਸਲੇ ਹੱਲ ਹੁੰਦੇ ਆ। ਅਸੀਂ ਕਮੈਂਟ ਲੋਕ ਤਾਂ ਡਰਦੇ ਹੀ ਨਹੀਂ ਪੜ੍ਹਦੇ ਵੀ ਯਾਰ ਇੱਥੇ ਤਾਂ ਗਾਲਾਂ ਹੀ ਹੋਣੀਆਂ। ਜੀ ਨਾਲੇ ਸਭ ਤੋਂ ਵੱਡੀ ਚੀਜ਼ ਇਹ ਬੜੀ ਹੈਰਾਨੀ ਹੁੰਦੀ ਹੈ, ਅਸੀਂ ਕਹਿੰਦੇ ਆ ਸਭ ਦੀਆਂ ਧੀਆਂ ਭੈਣਾਂ ਸਾਂਝੀਆਂ ਨੇ, ਅਸੀਂ ਪੰਜਾਬੀ ਕਹਿੰਦੇ ਆ ਮਾਵਾਂ ਭੈਣਾਂ ਸਭ ਦੀਆਂ ਸਾਂਝੀਆਂ ਨੇ, ਪਰ ਅਸੀਂ ਫੱਟ ਖਾਸ ਤੌਰ ਤੇ ਇੱਕ ਔਰਤ ਦੇ ਹਿੱਸੇ ਤਾਂ ਇਹ ਗੱਲ ਆਉਂਦੀ ਹੈ, ਮੈਂ ਮਹਿਸੂਸ ਕਰਦੀ ਹਾਂ ਇਹ, ਕਿਉਂਕਿ ਪਤਾ ਹੁੰਦਾ ਕਿ ਜੇ ਬੰਦੇ ਨੂੰ ਗਾਲ ਕੱਢਾਂਗੇ ਤਾਂ ਉਹ ਬਰਾਬਰ ਦਾ ਜਵਾਬ ਵੀ ਮੂਹਰੋਂ ਦਊਗਾ, ਹੈ ਨਾ। ਪਰ ਇੱਕ ਕੁੜੀ ਹੋਣ ਦਾ ਨਾਤੇ ਅਸੀਂ ਫੱਟ ਕੋਈ ਵੀ ਗਾਲ ਲਿਖਦੇ ਆ, ਅਸੀਂ ਫੱਟ ਕਿਸੇ ਦੀ ਵੀ ਮਾਂ ਭੈਣ ਦੇ ਬਾਰੇ ਚ ਮੰਦਾ ਚੰਗਾ ਬੋਲਦੇ ਆ, ਤੇ ਫਿਰ ਜਦੋਂ ਪ੍ਰੋਫਾਈਲ ਵੇਖੋ ਤੇ ਚੰਗੀਆਂ ਭਲੀਆਂ ਤਸਵੀਰਾਂ ਹੁੰਦੀਆਂ ਨੇ। ਦੇਖੋ ਹਰ ਬੰਦੇ ਦਾ ਨਿੱਜੀ ਸਵਾਰਥ ਜੁੜੇ ਹੁੰਦੇ ਆ ਜੀ, ਹਾਂਜੀ। ਅਗਲਾ ਉਸ ਦੀ ਪੋਜੀਸ਼ਨ ਤੇ ਗੁੱਸਾ ਕੱਢ ਰਿਹਾ ਹੁੰਦਾ ਵੀ ਇਹਨੂੰ ਕਿਉਂ ਮਿਲ ਗਈ, ਬਿਲਕੁਲ ਸਹੀ ਹੈ ਨਾ, ਪੋਜੀਸ਼ਨ ਤੇ ਗੁੱਸਾ ਕਰ ਰਿਹਾ। ਹੁਣ ਕਿਸਾਨੀ ਅੰਦੋਲਨ ਦੀ ਜੇ ਆਪਾਂ ਗੱਲ ਕਰਦੇ ਆ, ਆਪਾਂ ਸਾਰੇ ਅੱਜ ਖੇਤਾਂ 'ਚ ਬੈਠੇ ਆ, ਆਪਣੇ ਖੇਤ ਹੈ ਹਾਂਜੀ, ਇਹ ਅਸੀਂ ਕਿਸਾਨ ਆ ਹਾਂਜੀ। ਤੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਮੈਂ ਬਾਹਰੋਂ ਆਈ ਸੀ, ਮੈਨੂੰ ਜਦੋਂ ਦਿੱਲੀ ਗਏ ਨੇ ਸਾਰੇ, ਮੈਂ ਇੱਥੇ ਕਿਸੇ ਪਿੰਡ 'ਚ ਗਈ, ਕਿਸੇ ਨੇ ਕਮੈਂਟ ਪਾਇਆ ਕਿ ਤੁਸੀਂ ਦਿੱਲੀ ਕਿਉਂ ਨਹੀਂ ਗਏ। ਮੇਰੇ ਇੱਕ ਖਿਆਲ ਆ ਗਿਆ ਮਨ 'ਚ ਕਿ ਮੈਨੂੰ ਦਿੱਲੀ ਜਾਣਾ ਚਾਹੀਦਾ। ਮੈਂ ਆਪਣੇ ਭੈਣ ਭਰਾ 2-3 ਤਿਆਰ ਕੀਤੇ, ਅਸੀਂ ਦਿੱਲੀ ਚਲੇ ਗਏ। ਉੱਥੇ ਮੈਂ ਸਟੇਜ ਦੇ ਸਾਹਮਣੇ 4-5 ਘੰਟੇ ਬੈਠ ਕੇ ਆਪਣੀ ਹਾਜ਼ਰੀ ਲਵਾਈ, ਆਪਣੀ ਆਤਮਾ ਲਈ, ਆਪਣੇ ਲੋਕ ਜਿੰਨੇ ਮੈਨੂੰ ਜਾਣਦੇ ਆ, ਸਿਰਫ ਇਹ ਦੱਸਣ ਲਈ ਅਸੀਂ ਆਪਣੀ ਕੌਮ ਦੇ ਨਾਲ ਹਾਂਜੀ। ਉੱਥੇ ਸਾਡੇ ਮਾਮੇ ਚਾਚੇ ਤਾਏ ਸਾਰੇ ਉਹੀ ਤਾਂ ਬੈਠੇ ਆ, ਬਿਲਕੁਲ ਉਹੀ ਲੋਕ ਤਾਂ ਬੈਠੇ ਆ ਜਿਨ੍ਹਾਂ 'ਚ ਅਸੀਂ 20 ਸਾਲ ਗਾਇਆ, ਉਹਨਾਂ ਨੂੰ ਮਿਲ ਕੇ। ਪਰ ਉੱਥੇ ਬੈਠ ਕੇ ਇਹ ਵੀ ਮਹਿਸੂਸ ਕੀਤਾ ਜਿਹੜੇ ਕਿਤੇ ਲੀਡਰ ਨਹੀਂ ਬਣੇ ਉਹ ਵੀ ਬੈਠੇ ਆ, ਉਹ ਕੰਟਰੋਲ ਕਰ ਰਿਹਾ ਬਹੁਤ ਚੀਜ਼ਾਂ। ਉਹਨਾਂ ਤੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਕੋਈ ਐਸੀ ਡਾਇਰੈਕਸ਼ਨ ਨਾ ਲੈ ਜਾਣ ਜਿੱਥੇ ਸਾਡੇ ਲੋਕਾਂ ਨੂੰ ਨੁਕਸਾਨ ਵੀ ਹੋ ਜਾਏ ਜੀ। ਸੋ ਮੈਂ ਇਹੀ ਗੱਲ ਕਰਨੀ ਆ ਕਿ ਕੁਦਰਤ ਸਾਡੇ ਤੇ ਕਿਰਪਾ ਰੱਖੇ, ਸਹੀ ਹੱਥਾਂ 'ਚ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਤਾਂ ਕਿ ਸਾਡੇ ਲੋਕਾਂ ਦਾ ਨੁਕਸਾਨ ਨਾ ਹੋਵੇ ਜੀ। ਅਸੀਂ ਜੀ ਇਹ ਚਾਹੁੰਦੇ ਹਾਂ ਕਿ ਪੰਜਾਬ ਦਾ ਹਮੇਸ਼ਾ ਭਲਾ ਹੋਵੇ। ਪੰਜਾਬ ਦੇ ਲੋਕਾਂ ਨੇ ਜਿਹਨੂੰ ਵੀ ਚੁਣਨਾ ਉਹ ਉਹਨਾਂ ਦੀ ਆਪਣੀ ਨਿੱਜੀ ਮਰਜ਼ੀ ਹੈ, ਪਰ ਚੰਗਿਆਂ ਨੂੰ ਚੁਣੀਏ ਜੇਕਰ ਅਸੀਂ ਚੰਗਾ ਪੰਜਾਬ ਚਾਹੁੰਦੇ ਆ। ਸਵਾਲ ਤੁਹਾਨੂੰ ਬੇਹੱਦ ਤਿੱਖੇ ਕਰਨੇ ਆ ਜਦੋਂ ਤੁਸੀਂ ਕਿਸੇ ਰੁਤਬੇ ਦੇ ਉੱਤੇ, ਅਹੁਦੇ ਦੇ ਉੱਤੇ ਜਦੋਂ ਜਿੱਤ ਗਏ ਜੀ। ਹਾਂਜੀ, ਨਹੀਂ ਤੁਸੀਂ ਜੋ ਮਰਜ਼ੀ ਸਵਾਲ ਕਰ ਸਕਦੇ, ਕਿਉਂਕਿ ਮੇਰਾ ਆਪਣਾ ਇੱਕ ਤਜਰਬਾ ਹੈ ਜੀਵਨ ਦਾ ਜੀ। ਜੀਵਨ ਦੇ ਤਜਰਬੇ ਨਾਲ ਹੀ ਮੈਂ ਕਹਿੰਦੀ ਆ ਕਿ ਚੀਜ਼ਾਂ ਹੱਲ ਹੋ ਸਕਦੀਆਂ ਨੇ ਜੇ ਪਰ ਪੋਜ਼ਿਟਿਵਿਟੀ ਨਾਲ ਦੇਖਿਆ ਜਾਵੇ, ਕਿਸੇ ਨਾਲ ਨਿੱਜੀ ਰੰਜਿਸ਼ ਵੀ ਨਾ ਰੱਖੀ ਜਾਵੇ। ਹੁਣ ਮੈਨੂੰ ਕੋਈ ਕਹਿ ਦਿੰਦਾ ਉਹ ਤੁਹਾਡਾ ਸਿਆਸੀ ਦੁਸ਼ਮਣ ਹੈ ਜੀ, ਫਲਾਣਾ ਹੈ ਜੀ, ਮੈਂ ਕਿਹਾ ਮੈਨੂੰ ਕੋਈ ਦਿਖਦਾ ਹੀ ਨਹੀਂ ਦੁਸ਼ਮਣ, ਮੈਨੂੰ ਇਨਸਾਨੀਅਤ ਦਿਖਦੀ ਹੈ, ਮੈਨੂੰ ਆਪਣੇ ਲੋਕ ਦਿਖਦੇ ਆ। ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ, ਜਿਹੜੇ ਤੁਹਾਡੇ ਤੋਂ ਕੰਮ ਕਿਸੇ ਦਾ ਭਲਾ ਹੋ ਸਕਦਾ ਤੁਸੀਂ ਕਰਨਾ ਚਾਹੀਦਾ ਜੀ। ਇਹ ਮੇਰਾ ਸਾਰੇ ਪੰਜਾਬ ਨੂੰ ਇਹ ਬੇਨਤੀ ਹੈ ਜੀ। ਬਿਲਕੁਲ। ਤੇ ਟਾਣਾ ਸਾਹਿਬ ਆਪਣਾ ਪਸੰਦੀਦਾ ਸਵਾਲ ਪੁੱਛੋ। ਤੁਸੀਂ ਪੁੱਛੋ ਨਾ, ਤੁਸੀਂ ਪੁੱਛੋ। ਬੀਬੀ ਨੂੰ ਪੁੱਛੇ ਗੱਲ ਹੀ ਬਣ ਜਾਂਦੀ ਹੈ। ਚਾਹੀਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ? ਬਹੁਤ ਜ਼ਿਆਦਾ ਅੱਛਾ। ਵੈਸੇ ਵੀ ਤੁਹਾਡਾ ਪ੍ਰੋਗਰਾਮ ਤਕਰੀਬਨ ਮੈਂ ਦੇਖਦੀ ਰਹਿੰਦੀ ਹਾਂ, ਔਰ ਤੁਸੀਂ ਦੋਨੋਂ ਜਾਣੇ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਆਪਾਂ ਇਨਸਾਨੀਅਤ ਦੀ ਗੱਲ ਕਰ ਰਹੀ ਹਾਂ ਮੈਂ ਜੀ, ਇਹ ਫੀਲਿੰਗ, ਇਹ ਜਜ਼ਬਾ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਇੱਕ ਇਨਸਾਨ ਬਣ ਕੇ ਜੀਵਨ 'ਚ ਆਇਆ। ਔਰ ਤੁਸੀਂ ਆਪਣੀ ਦੋਨੋਂ ਜਣੇ ਡਿਊਟੀ ਬਖੂਬੀ ਨਿਭਾ ਰਹੇ। ਰੱਬ ਤੁਹਾਡੀ ਲੰਬੀਆਂ ਉਮਰਾਂ ਕਰੇ। ਇਸੇ ਤਰ੍ਹਾਂ ਤੁਸੀਂ ਆਪਣੇ ਕੰਮ ਨਾਲ ਜਸਟਿਸ ਕਰ ਰਹੇ ਹੋ ਜੀ। ਇਹ ਜਸਟਿਸ ਹੀ ਤਾਂ ਆਪਾਂ ਗੱਲਾਂ ਕਰ ਰਹੇ ਹਾਂ ਨਾ, ਭਾਵੇਂ ਕੋਈ ਵੀ ਡਿਊਟੀ ਹੈ ਉਹਨੂੰ ਜਸਟਿਸ ਮਿਲੇ ਤੇ ਉਹੀ ਰੱਬ ਦੀ ਬੰਦਗੀ ਹੈ ਜੀ। ਉਸੇ ਨੇ ਤੁਹਾਨੂੰ ਆਨੰਦ ਦੇਣਾ ਜੀਵਨ 'ਚ ਵੀ ਆਨੰਦ, ਔਰ ਅੱਗੇ ਵੀ ਤੁਹਾਨੂੰ ਲੈ ਕੇ ਜਾਣਾ, ਔਰ ਤਰੱਕੀ ਹੋਣੀ ਹੈ ਜੀ। ਗੱਲ ਸਿਰਫ ਇਹੀ ਹੈ ਕਿ ਆਪਣੇ ਕੰਮ ਨੂੰ ਸ਼ਿੱਦਤ ਨਾਲ ਔਰ ਸੱਚੇ ਦਿਲੋਂ ਕੀਤਾ ਜਾਵੇ ਜੋ ਤੁਸੀਂ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ। ਤੇ ਜਿਵੇਂ ਟਾਣਾ ਸਾਹਿਬ ਨੇ ਕਿਹਾ ਕਿ ਜਦੋਂ ਕਿਸੇ ਰੁਤਬੇ ਦੇ ਉੱਪਰ ਤੁਸੀਂ ਹੋਵੋਗੇ ਫਿਰ ਤਿੱਖੇ ਸਵਾਲ ਤੁਹਾਨੂੰ ਜ਼ਰੂਰ ਕਰਾਂਗੇ। ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਤਿੰਨਾਂ ਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ।